ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਨਾਮ ਸ੍ਰੀ ਵਾਹਿਗੁਰੂ ਜੀਓ। ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਸਤਿਗੁਰ ਮੇਰਾ ਬੇਮੁਹਤਾਜ, ਸਤਿਗੁਰ ਮੇਰੇ ਸੱਚਾ ਸਾਜ। ਸਤਿਗੁਰ ਮੇਰਾ ਸਬਸ ਕਾ ਦਾਤਾ, ਸਤਿਗੁਰ ਮੇਰਾ ਪੁਰਖ ਵਿਦਾਤਾ। ਗੁਰ ਜੈਸਾ ਨਾਹੀ ਕੋ ਦੇਵ, ਜਿਸ ਮਸਤਕ ਭਾਗ ਸੁਲਾਗਾ ਸੇ। ਸਤਿਗੁਰ ਮੇਰਾ ਸਰਬ ਪ੍ਰਤਪਾਲੈ, ਸਤਿਗੁਰ ਮੇਰਾ ਮਾਰ ਜਿਵਾਲੇ। ਸਤਿਗੁਰ ਮੇਰੇ ਕੀ ਵਡਿਆਈ, ਪ੍ਰਗਟ ਭਈ ਐ ਸਭਨੀ ਥਾਈ। ਸਤਿਗੁਰ ਮੇਰਾ ਤਾਣ ਨਿਦਾਨ ਨਿਤਾਣ, ਸਤਿਗੁਰ ਮੇਰਾ ਘਰ ਦੀਵਾਨ। ਸਤਿਗੁਰ ਕੈ ਹੋਂ ਸਦ ਬਲ ਜਾਇਆ, ਪ੍ਰਗਟ ਮਾਰਗ ਜਿਨ ਕਰ ਦਿਖਲਾਇਆ। ਜਿਨ ਗੁਰ ਸੇਵਿਆ ਤਿਸ ਭਉ ਨਾ ਵਿਆਪੈ, ਜਿਨ ਗੁਰ ਸੇਵਿਆ ਤਿਸ ਦੁਖ ਨਾ ਸੰਤਾਪੈ। ਨਾਨਕ ਸੋਧੈ ਸਿਮਰਤ ਬੇਦ, ਪਾਰ ਬ੍ਰਹਮ ਗੁਰ ਨਾਹੀ ਭੇਦ। ਨਾਨਕ ਸੋਧੈ ਸਿਮਰਤ ਬੇਦ, ਪਾਰ ਬ੍ਰਹਮ ਗੁਰ ਨਾਹੀ ਭੇਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ ਗੁਰੂ ਪਿਆਰੀ ਗੁਰੂ ਰੂਪ ਸਾਧ ਸੰਗਤ ਜੀ ਹੋ, ਆਪ ਸਾਰੇ ਵੱਡੇ ਭਾਗਾਂ ਵਾਲੇ ਹੋ ਜੋ ਹਰ ਮੰਗਲਵਾਰ ਤੇ ਸ਼ਨੀਵਾਰ ਬਿਲਾਵਲ ਦੀ ਚੌਂਕੀ ਵਿੱਚ ਸ਼ਮੂਲੀਅਤ ਕਰਦੇ ਹੋ। ਸਾਡੇ ਵੱਡੇ ਭਾਗ ਨੇ ਜੋ ਆਪ ਰੱਬ ਰੂਪੀ ਸੰਗਤਾਂ ਦੇ ਦਰਸ਼ਨ ਗੁਰੂ ਸਾਹਿਬ ਕਰਾ ਰਹੇ ਹਨ। ਸੋ ਆਓ, ਜਿਸ ਤਰ੍ਹਾਂ ਹੁਕਮ ਹੋਇਆ ਹੈ, ਸਤਿਗੁਰੂ ਦੇ ਉਸਤਤ ਵਿੱਚ ਜੁੜਨ ਦਾ ਯਤਨ ਕਰੀਏ। ਜੋ ਕਨਸੈਪਟ ਗੁਰੂ ਸਾਹਿਬ ਨੇ ਅੱਜ ਸੇਵਾ ਲੈਣੀ ਹੈ, ਸੋ ਸਤਿਗੁਰ ਪਿਆਰਾ ਮੇਰੇ ਨਾਲ ਹੈ, ਜਿੱਥੇ ਕਿੱਥੇ ਮੈਨੂੰ ਲਏ ਛਡਾਈ। ਆਓ ਆਪਣੀ ਮਨ ਦੀ ਬਿਰਤੀ ਨੂੰ ਇਕਾਗਰ ਕਰੀਏ। ਜੇ ਕਿੱਥੇ ਮਨ ਇੱਧਰ ਉੱਧਰ ਭੱਜ ਰਿਹਾ ਹੈ, ਤੋ ਮਨ ਨੂੰ ਆਵਾਜ਼ ਮਾਰੀਏ, ਮੇਰੇ ਮਨ ਪਰਦੇਸੀ ਵੇ ਪਿਆਰੇ, ਆਓ ਘਰੇ। ਆਓ ਉਸ ਘਰ ਦੇ ਵਿੱਚ ਟਿਕ ਜਾਈਏ, ਜਿਸ ਘਰ ਦੇ ਵਿੱਚ ਅਸੀਂ ਉਸ ਪਰਮਾਤਮਾ ਦਾ ਆਨੰਦ ਲੈਣਾ ਹੈ। ਸੋ ਮਨ ਬਿਰਤੀ ਇਕਾਗਰ ਕਰਕੇ ਮਨ ਦੀ ਗਹਿਰਾਈਆਂ ਵਿੱਚੋਂ ਕਹੋ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਸਤਿਗੁਰ ਪਿਆਰਾ ਮੇਰੇ ਨਾਲ ਹੈ। ਜੇ ਅਖਰੀ ਅਰਥ ਕਰੀਏ ਤੇ ਉਹ ਸਤਿਗੁਰੂ ਪਿਆਰਾ ਹੈ ਜਿਹੜਾ, ਉਹ ਸਾਡੇ ਨਾਲ ਹੈ। ਜਿੱਥੇ ਕਿੱਥੇ ਮੈਨੂੰ ਲਏ ਛਡਾਈ, ਭਾਵ ਕਿ ਜਿੱਥੇ ਕਿੱਥੇ ਭਾਵ ਹਰ ਥਾਂ ਤੇ ਮੈਨੂੰ ਵਿਕਾਰਾਂ ਤੋਂ ਛੁਟਾ ਦਿੰਦਾ ਹੈ। ਭਾਵ ਮੈਨੂੰ ਮਾੜੇ ਬੰਨੇ ਜਾਣ ਤੋਂ ਰੋਕਣ ਵਾਲਾ ਉਹ ਮੇਰਾ ਪਿਆਰਾ ਸਦਾ ਹੀ ਨਾਲ ਹੈ। ਸੋ ਇਹ ਆਖਰੀ ਅਰਥ ਹੁੰਦੇ ਹਨ। ਜੇ ਇਹਦੇ ਅਸੀਂ ਭਾਵ ਅਰਥ ਵੱਲ ਜਾਈਏ ਤਾਂ ਥੋੜ੍ਹਾ ਜਿਹਾ ਇਸ ਨੂੰ ਮਨ ਨੂੰ
ਥੋੜ੍ਹਾ ਜਿਹਾ ਅਸੀਂ ਮੱਤ ਨੂੰ ਥੋੜ੍ਹਾ ਜਿਹਾ ਜ਼ੋਰ ਲਗਾਉਣਾ ਪਵੇਗਾ ਕਿ ਗੁਰੂ ਸਾਹਿਬ ਕਿਸ ਉਦੇਸ਼ੇ ਦੇ ਨਾਲ, ਕਿਸ ਕਾਰਨ ਸਾਨੂੰ ਇਹ ਬਖਸ਼ਿਸ਼ ਕਰ ਰਹੇ ਹਨ। ਤਾਂ ਗੁਰੂ ਸਾਹਿਬ ਕਹਿੰਦੇ ਨੇ ਉਹ ਵਾਲੇ ਸਤਿਗੁਰੂ, ਪਹਿਲਾਂ ਤਾਂ ਇਹ ਸਮਝ ਲਈਏ, ਗੁਰਬਾਣੀ ਰਾਹੀਂ ਸਮਝ ਲਈਏ ਕਿ ਸਤਿਗੁਰੂ ਕੌਣ ਹੈ। ਦੇਖੋ ਦੁਨੀਆ ਦੇ ਅੰਦਰ ਬਹੁਤ ਸਤਿਗੁਰ ਬਣੇ ਬੈਠੇ ਨੇ, ਪਰ ਜੇ ਅਸੀਂ ਗੁਰਬਾਣੀ ਦੀ ਰੋਸ਼ਨੀ ਦੇ ਅੰਦਰ ਵੇਖੀਏ ਤੇ ਸਤਿਗੁਰੂ ਕੌਣ ਹੈ, ਤਾਂ ਮਹਾਰਾਜ ਕਹਿੰਦੇ ਨੇ, ਰੋਜ਼ ਅਸੀਂ ਸੁਖਮਨੀ ਸਾਹਿਬ ਵਿੱਚ, ਵੀਰ ਜੀ ਇੱਕ ਮਿੰਟ ਆਵਾਜ਼ ਬੰਦ ਕਰ ਦੇਣਾ ਪਲੀਜ਼, ਵਾਹਿਗੁਰੂ। ਸਤਿਗੁਰੂ ਨੂੰ ਅਸੀਂ ਪਹਿਚਾਨਣ ਦਾ ਯਤਨ ਕਰੀਏ ਤਾਂ ਸਤਿਗੁਰੂ ਸੁਖਮਨੀ ਸਾਹਿਬ ਦੇ ਵਿੱਚ ਇਹਦੀ ਬਖਸ਼ਿਸ਼ ਕਰਦੇ ਨੇ। ਮਹਾਰਾਜ ਕਹਿੰਦੇ ਨੇ, ਸਤਿਪੁਰਖ ਜਿਨ ਜਾਣਿਆ ਸਤਿਗੁਰ ਤਿਸ ਕਾ ਨਾਉ। ਉਹ ਸਤਿਗੁਰੂ ਕਿਹੜਾ, ਉਹਦਾ ਨਾਮ ਸਤਿਗੁਰੂ ਕੌਣ ਹੈ? ਜਿਨੇ ਸਤਿਪੁਰਖ, ਸਤ ਹੁੰਦਾ ਹੈ ਸਦਾ ਰਹਿਣ ਵਾਲਾ, ਅਟਲ। ਪੁਰਖ ਜਿਸ ਤਰ੍ਹਾਂ ਅਕਾਲ ਪੁਰਖ, ਭਾਵ ਉਹ ਪਰਮਾਤਮਾ ਜਿਹੜਾ ਸਦਾ ਹੀ ਰਹਿਣ ਵਾਲਾ ਹੈ। ਮਹਾਰਾਜ ਕਹਿੰਦੇ ਨੇ ਉਸ ਅਕਾਲ ਪੁਰਖ ਨੂੰ ਜਿਹਨੇ ਜਾਣ ਲਿਆ ਹੈ, ਉਹ ਸਹੀ ਵਿੱਚ ਸਤਿਗੁਰੂ ਹੈ। ਹੁਣ ਅਸੀਂ ਮਨ ਨੂੰ ਅਸੀਂ ਇਹ ਆਵਾਜ਼ ਮਾਰੀਏ, ਸਤਿਗੁਰੂ ਕਿੰਨੇ ਕਿੰਨੇ ਸੰਸਾਰ ਦੇ ਵਿੱਚ ਜਿਹੜੇ ਸਤਿਗੁਰੂ ਬਣੇ ਬੈਠੇ ਨੇ, ਉਹਨਾਂ ਨੇ ਵਾਕਈ ਹੀ ਰੱਬ ਨੂੰ, ਰੱਬ ਦੀ ਹੋਂਦ ਨੂੰ ਜਾਣ ਲਿਆ ਹੈ। ਮਹਾਰਾਜ ਕਹਿੰਦੇ ਨੇ ਜਿਹਨੇ ਜਾਣਿਆ ਉਹਦਾ ਨਾਮ ਸਤਿਗੁਰੂ ਹੈ। ਖਾਲੀ ਪਹਿਰਾਵੇ ਦਾ ਨਾਮ ਸਤਿਗੁਰੂ ਨਹੀਂ ਹੈ, ਜਾਂ ਜਿਹਦੇ ਡੇਰੇ ਵਿੱਚ ਬਹੁਤੇ ਸਰੀਰ ਨੇ ਅਸੀਂ ਸਮਝਦੇ ਉਹ ਸਤਿਗੁਰੂ ਹੈ, ਨਹੀਂ। ਗੁਰੂ ਸਾਹਿਬ ਦਾ ਫੈਸਲਾ ਹੈ, ਬਾਣੀ ਕਹਿੰਦੀ ਹੈ ਸਤਿਪੁਰਖ ਜਿਨ ਜਾਣਿਆ ਸਤਿਗੁਰ ਤਿਸ ਕਾ ਨਾਉ। ਤੇ ਅੱਗੋਂ ਮਾਰੇ ਕਹਿੰਦੇ ਨੇ, ਤਿਸ ਕੈ ਸੰਗ ਸਿੱਖ ਉਧਰੈ ਨਾਨਕ ਹਰ ਗੁਣ ਗਾਓ। ਜਿਹਦੇ ਨਾਲ ਲੱਗ ਕੇ ਕਿਸੇ ਵੀ ਸਿੱਖ ਦਾ, ਕੋਈ ਵੀ ਧਰਮ ਜਾਤੀ ਦਾ ਹੋਵੇ, ਭਾਵ ਕਿ ਕੋਈ ਮਨੁੱਖ ਹੋਵੇ, ਉਹਦਾ ਉਦਾਰ ਹੋਣਾ ਲਾਜ਼ਮੀ ਹੈ, ਪਰ ਬੇਸ਼ਰਤ ਹੈ ਕਿ ਉਹ ਹਰੀ ਦੇ ਗੁਣ ਗਾਵੇ। ਕਿਉਂਕਿ ਜਿਹੜਾ ਸੱਚਾ ਸਤਿਗੁਰੂ ਹੁੰਦਾ ਹੈ ਨਾ, ਉਹ ਪਰਮਾਤਮਾ ਦੇ ਨਾਲ ਜੋੜਦਾ ਹੈ। ਇਹ ਇੱਕ ਨਿਸ਼ਾਨੀ ਹੈ। ਕਦੀ ਵੀ ਕੋਈ ਉਹ ਆਪਣੇ ਨਾਲ ਨਹੀਂ ਜੋੜੇਗਾ, ਕਿਉਂਕਿ ਪਰਮਾਤਮਾ ਦੇ ਘਰ ਅਸੀਂ ਸਭ ਨੇ ਪਹੁੰਚਣਾ ਹੈ। ਅਸੀਂ ਸਭ ਪਰਮਾਤਮਾ ਤੋਂ ਵਿਛੜ ਕੇ ਇਸ ਦੁਨੀਆ ਦੇ ਵਿੱਚ ਵਿਚਰ ਰਹੇ ਹਾਂ। ਤਾਂ ਪਰਮਾਤਮਾ ਨੇ ਇੱਕ ਜ਼ਰੀਆ ਬਣਾਇਆ ਹੈ ਆਪਣੇ ਕੋਲ ਪਹੁੰਚਣ ਦਾ, ਉਹ ਵੇ ਗੁਰੂ। ਗੁਰੂ ਤੋਂ ਬਗੈਰ ਅਸੀਂ ਇਸ ਸੰਸਾਰ ਭਵਸਾਗਰ ਤੋਂ ਪਾਰ ਨਹੀਂ ਹੋ ਸਕਦੇ। ਭਾਵ ਕਿ ਅਸੀਂ ਡਾਇਰੈਕਟ ਚਾਹੀਏ ਕੋਈ ਵੀ ਪਰਮਾਤਮਾ ਤੱਕ ਪਹੁੰਚ ਜਾਏ, ਉਸ ਵਾਹਿਗੁਰੂ ਰੱਬ ਤੱਕ ਪਹੁੰਚ ਜਾਏ, ਕੋਈ ਵੀ ਨਹੀਂ ਪਹੁੰਚ ਸਕਦਾ। ਉਹੀ ਪਹੁੰਚ ਸਕਦਾ ਹੈ ਜਿਹੜਾ ਗੁਰੂ ਦੇ ਜਹਾਜ਼ੇ, ਗੁਰੂ ਨੂੰ, ਗੁਰੂ ਦੀ ਉਪਦੇਸ਼ ਅਨੁਸਾਰ ਚੱਲੇਗਾ। ਦੇਖੋ ਗੁਰੂ ਹੀ ਜਹਾਜ਼ ਹੈ ਤੇ ਗੁਰੂ ਹੀ ਸਮਝ ਲਓ ਮਲਾਹ ਹੈ। ਜਿਸ ਬੇੜੀ ਤੇ ਅਸੀਂ ਬਹਿਣਾ ਹੈ ਨਾ, ਉਸ ਨੂੰ ਚਲਾਉਣ ਵਾਲਾ ਵੀ ਗੁਰੂ ਹੈ, ਤੇ ਜਿਹੜਾ ਜਹਾਜ਼ ਤੇ ਬਹਿਣਾ ਹੈ, ਜਿਸ ਗੁਰੂ ਦੇ ਸਦਕੇ ਬਹਿਣਾ ਹੈ, ਉਹ ਜਹਾਜ਼ ਵੀ ਗੁਰੂ ਹੈ। ਮੈਂ ਨਹੀਂ ਕਹਿ ਰਿਹਾ, ਗੁਰੂ ਦੀ ਬਾਣੀ ਕਹਿ ਰਹੀ ਹੈ, ਗੁਰ ਜਹਾਜ਼ ਖੇਵੜ ਗੁਰੂ, ਗੁਰ ਬਿਨ ਤਰਿਆ ਨਾ ਕੋਏ, ਗੁਰ ਪ੍ਰਸਾਦ ਪ੍ਰਭ ਪਾਈਏ, ਗੁਰ ਬਿਨ ਤਰਿਆ ਨਾ ਕੋਏ। ਕਿਉਂਕਿ ਗੁਰੂ ਤੋਂ ਬਗੈਰ ਦੇਖੋ ਸਾਧ ਸੰਗਤ ਕਿਸੇ ਨੇ ਅੱਜ ਤੱਕ ਤਰਿਆ ਨਹੀਂ ਹੈ। ਤੇ ਗੁਰੂ ਇੱਕ ਵਿਚੋਲਾ ਹੈ ਜੋ ਪਰਮਾਤਮਾ ਤੱਕ ਪਹੁੰਚਾਉਂਦਾ ਹੈ। ਔਰ ਵਿਚੋਲਾ ਵੀ ਉਹ ਹੋਣਾ ਚਾਹੀਦਾ ਜਿਹੜਾ ਸੱਚਾ ਵਿਚੋਲਾ ਹੋਵੇ, ਜਾਂ ਵਕੀਲ ਕਹਿ ਲਓ। ਦੇਖੋ ਅਸੀਂ ਅਕਸਰ ਰਿਸ਼ਤੇ ਘਰਾਂ ਵਿੱਚ ਕਰੀਦੇ ਨੇ, ਆਪਣੇ ਤੁਸੀਂ ਬੱਚੇ ਬੱਚੀਆਂ ਦੇ ਕਰਦੇ ਹੋ, ਤੇ ਧਿਆਨ ਨਾਲ ਸੋਚੋ ਕੋਈ ਨਾ ਕੋਈ ਵਿਚੋਲਾ ਵਿੱਚ ਜ਼ਰੂਰ ਹੁੰਦਾ ਹੈ। ਜਾਂ ਕਿਸੇ ਸੰਸਥਾ ਤੋਂ ਲੈ ਕੇ ਅਸੀਂ ਰਿਸ਼ਤੇ ਕਰਨੇ ਆ, ਭਾਵ ਕੋਈ ਨਾ ਕੋਈ ਵਿਚੋਲਾ ਹੁੰਦਾ ਹੈ ਜਿਹੜੇ ਦੋ ਪਰਿਵਾਰਾਂ ਨੂੰ ਜੋੜਦਾ ਹੈ।
ਪਰ ਮੈਂ ਇੱਥੇ ਇੱਕ ਗੱਲ ਜ਼ਰੂਰ ਕਵਾਂਗਾ, ਕਦੀ ਮੌਕਾ ਤੁਹਾਨੂੰ ਵੀ ਮਿਲੇ, ਮੈਨੂੰ ਵੀ ਮਿਲੇ, ਤੇ ਅਸੀਂ ਗੁਰੂ ਆਸ਼ਰੇ ਅਨੁਸਾਰ ਉਹ ਵਿਚੋਲਾ ਬਣ ਕੇ ਅਸੀਂ ਆਪਣੀ ਡਿਊਟੀ ਨੂੰ ਅਦਾ ਕਰੀਏ, ਕਿਉਂਕਿ ਗੁਰੂ ਵੀ ਵਿਚੋਲਾ ਹੈ ਸਾਡੇ ਔਰ ਪਰਮਾਤਮਾ ਦੇ ਵਿੱਚ। ਤੇ ਅਸੀਂ ਦੁਨਿਆਵੀ ਰਿਸ਼ਤੇ ਕਰਨੇ ਆ, ਸਾਨੂੰ ਵੀ ਵਿਚੋਲੇ ਦੀ ਲੋੜ ਪੈਂਦੀ ਹੈ। ਪਰ ਸੱਚਾ ਵਿਚੋਲਾ ਉਹ ਵੇ ਜਿਹੜਾ ਲੜਕੀ ਤੇ ਲੜਕੇ ਦੇ ਕਾਰਜ ਦੇ ਵਿੱਚ ਲੜਕੀ ਦੀਆਂ ਖਾਮੀਆਂ ਤੇ ਖੂਬੀਆਂ, ਲੜਕੇ ਦੀਆਂ ਖਾਮੀਆਂ ਤੇ ਖੂਬੀਆਂ ਨਾ ਛੁਪਾਉਂਦੇ ਹੋਏ ਆਪਸ ਵਿੱਚ ਦੋਨੋਂ ਪਰਿਵਾਰਾਂ ਨੂੰ ਦੱਸਦਾ ਹੈ। ਦੈਟ ਇਜ਼ ਵਿਚੋਲਾ, ਜਿਹਨੂੰ ਸੱਚ ਦਾ ਵਿਚੋਲਾ ਕਹਿੰਦੇ ਨੇ। ਦੇਖੋ, ਕਈ ਵਾਰੀ ਕਿਸੇ ਬੱਚੇ ਦੇ ਵਿੱਚ ਐਬ ਹੋਣ, ਸ਼ਰਾਬੀ ਹੋਵੇ, ਕੁਆਬੀ ਹੋਵੇ, ਜਾਂ ਦੁਨੀਆ ਭਰ ਦੇ ਐਬ ਕਰਦਾ ਹੋਵੇ, ਕਿਸੇ ਦੀ ਬੱਚੀ ਦੇ ਘਰ ਜਾ ਕੇ ਉਹ ਵਿਚੋਲਾ ਕਹਦੇ ਨਹੀਂ ਜੀ ਬਹੁਤ ਅੱਛਾ ਬੱਚਾ ਹੈ, ਕੋਈ ਐਬ ਨਹੀਂ ਹੈ, ਕੁਛ ਨਹੀਂ ਹੈ। ਜਦੋਂ ਸ਼ਾਦੀ ਹੋ ਜਾਏ ਤੇ ਮੈਨੂੰ ਖਿਮਾ ਕਰ ਦੇਣਾ, ਸਭ ਤੋਂ ਜ਼ਿਆਦਾ ਗਾਲਾਂ ਫਿਰ ਵਿਚੋਲੇ ਨੂੰ ਹੀ ਪੈਂਦੀਆਂ ਨੇ। ਸੱਚੇ ਵਿਚੋਲੇ ਦਾ ਭਾਵ ਇਹ ਵੇ ਕਿ ਉਹ ਕੋਈ ਵੀ ਗੱਲ ਜੇ ਉਸ ਨੂੰ ਪਤਾ ਹੈ ਤੇ ਉਹ ਅੰਧਕਾਰ ਵਿੱਚ ਨਾ ਰੱਖੇ। ਗੁਰੂ ਸਾਹਿਬ ਵੀ ਦੇਖੋ ਪਰਮਾਤਮਾ ਔਰ ਸਾਡੇ ਵਿੱਚ ਇੱਕ ਵਿਚੋਲੇ ਨੇ। ਰੋਜ਼ ਅਸੀਂ ਪੜ੍ਹੀਦਾ ਸ਼ਬਦ, ਜੈਸਾ ਸਤਿਗੁਰ ਸੁਣੀਦਾ ਤੈਸੋ ਹੀ ਮੈਂ ਡੀਠ। ਜੋ ਕੁਝ ਮੈਂ ਆਪਣੇ ਸਤਿਗੁਰੂ ਬਾਰੇ ਸੁਣਿਆ ਸੀ ਨਾ, ਮੈਂ ਉਹੀ ਵੇਖਿਆ ਵੇ। ਦੇਖੋ, ਗੁਰੂ ਹੈ ਨਾ ਜੋ, ਉਹ ਇਹ ਨਹੀਂ ਹੈ ਕਿ ਕੋਈ ਰਿਸ਼ਵਤ ਲੈ ਕੇ ਜਾਂ ਸਾਡੀ ਤਰਫਦਾਰੀ ਕਰਕੇ ਤੇ ਸਾਨੂੰ ਪਰਮਾਤਮਾ ਨਾਲ ਜੋੜ ਦੇਗਾ। ਇਹ ਮਤ ਖਿਆਲ ਕੱਢ ਦੋ। ਗੁਰੂ ਵਿਚੋਲਾ ਜ਼ਰੂਰ ਹੈ, ਪਰ ਗੁਰੂ ਇਮਾਨਦਾਰ ਵਿਚੋਲਾ ਹੈ। ਜੈਸਾ ਸਤਿਗੁਰ ਸੁਣੀਦਾ ਤੈਸੋ ਹੀ ਮੈਂ ਡੀਠ। ਵਿਛੜਿਆ ਮੇਲੇ ਪ੍ਰਭੂ, ਅਸੀਂ ਵਿਛੜੇ ਹੋਏ ਹਾਂ, ਮੇਲੇ ਪ੍ਰਭੂ ਹਰ ਦਰਗਾਹ ਕਾ ਬਸੀਠ। ਉਹ ਦਰਗਾਹ ਦਾ ਇੱਕ ਵਕੀਲ ਹੈ, ਤੇ ਸੱਚੇ ਵਕੀਲ ਦੀ ਕੰਮ ਹੁੰਦੀ ਹੈ ਕਿ ਕਿਸੇ ਨਿਰਦੋਸ਼ ਨੂੰ ਫਾਂਸੀ ਨਾ ਲੱਗ ਜਾਏ ਤੇ ਕੋਈ ਜਿਹੜਾ ਦੋਸ਼ੀ ਹੈ ਉਹ ਬਰੀ ਨਾ ਹੋ ਜਾਏ। ਦੇਖੋ, ਦੋਨੋਂ ਹੀ ਕੰਮ ਨੇ। ਗੁਰੂ ਲਿਹਾਜ਼ ਨਹੀਂ ਕਰਦਾ। ਤੁਸੀਂ ਧਰਤੀ ਦੇਖੋ, ਧਰਤੀ ਦਾ ਇੱਕ ਗੁਣ ਹੈ, ਜਿਸ ਧਰਤੀ ਤੇ, ਜਿਸ ਨੂੰ ਮਾਰੇ ਨੇ ਕਿਹਾ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਹਤ। ਇਹ ਵੱਡੀ ਮਾਂ ਕਿਉਂ ਕਹੀਏ? ਕਿਉਂਕਿ ਧਰਤੀ ਵਿੱਚ ਜੋ ਬੋਵੋਗੇ ਨਾ, ਧਰਤੀ ਕਦੀ ਲੁਕਾਉਂਦੀ ਨਹੀਂ ਹੈ। ਉਹਦੇ ਵਿੱਚ ਆਲੂ ਬੋਵੋਗੇ, ਆਲੂ ਹੀ ਪ੍ਰਗਟ ਹੋਣਗੇ। ਜਿਹੜੀ ਸਬਜ਼ੀ ਬੋਵੋਗੇ, ਜਿਹੜਾ ਫਲ ਬੋਵੋਗੇ, ਭਾਵ ਕਿ ਜਿਹੜੀ ਧਰਤੀ ਹੈ ਉਹ ਲੁਕਾਉਂਦੀ ਨਹੀਂ ਹੈ, ਉਹ ਸੱਚ ਨੂੰ ਉਗਲਦੀ ਹੈ। ਤੇ ਗੁਰੂ ਵੀ ਸੱਚ ਹੀ ਕਰਦਾ ਹੈ। ਵਿਛੜਿਆ ਮੇਲੇ ਪ੍ਰਭੂ ਹਰ ਦਰਗਾਹ ਕਾ ਬਸੀਟ। ਹਰ ਨਾਮੋ ਮੰਤਰ ਦਿੜਾਏਂਦਾ। ਗੁਰੂ ਕੀ ਕਰਦਾ ਹੈ? ਉਸ ਵਾਹਿਗੁਰੂ ਦੇ ਨਾਮ ਦਾ ਮੰਤਰ ਸਾਨੂੰ ਦ੍ਰਿੜ ਕਰਾਉਂਦਾ ਹੈ। ਦ੍ਰਿੜ ਤੋਂ ਭਾਵ ਉਹ ਸਾਨੂੰ ਪਰਮਾਤਮਾ ਦੇ ਗੁਣ ਚੇਤੇ ਕਰਾਉਂਦਾ ਹੈ। ਇਹ ਸਤਿਗੁਰੂ ਦੀ ਨਿਸ਼ਾਨੀ ਹੈ। ਹਰ ਨਾਮੋ ਮੰਤਰ ਦੜਾਏਂਦਾ। ਕੀ ਹੋਏਗਾ? ਕੱਟੇ ਹੋਮੈ ਰੋਗ। ਸਾਡੇ ਅੰਦਰ ਜਿਹੜੇ ਜਨਮਾਂ ਦੇ ਰੋਗ ਨੇ, ਮੈਂ ਮੇਰੀ ਦੇ, ਜਿਸ ਤਰ੍ਹਾਂ ਗੁਰੂ ਨਾਨਕ ਪਾਤਸ਼ਾਹ ਨੇ ਕਿਹਾ ਨਾ, ਕਿਵ ਸਚਿਆਰਾ ਹੋਈ ਹੈ, ਕਿਵ ਕੂੜੇ ਟੁੱਟੇ ਪਾਲ। ਪਾਲ ਹੁੰਦੀ ਦੀਵਾਰ, ਕੰਧ। ਸਾਡੇ ਔਰ ਰੱਬ ਦੇ ਵਿੱਚ ਇਹ ਦੀਵਾਰ ਕਿਸ ਤਰ੍ਹਾਂ ਟੁੱਟੇ? ਦੇਖੋ, ਦੁਨੀਆ ਦੀ ਮਜ਼ਬੂਤ ਤੋਂ ਮਜ਼ਬੂਤ ਦੀਵਾਰ ਬਣਾ ਲਓ, ਪਰ ਉਹਦਾ ਕੋਈ ਨਾ ਕੋਈ ਹੱਲ ਹੈ ਤੋੜਨ ਦਾ। ਪਰ ਜਿਹੜੀ ਮੈਂ ਹੋਮੇ ਦੀ ਦੀਵਾਰ ਹੈ ਨਾ, ਮੈਂ ਮੇਰੀ ਵਾਲੀ, ਉਹ ਦੀਵਾਰ ਕੋਈ ਬਲਡੋਜ਼ਰ ਨਾਲ ਨਹੀਂ, ਕਿਸੇ ਬੰਬ ਦੇ ਨਾਲ ਨਹੀਂ, ਉਹ ਗੁਰੂ ਦੇ ਸ਼ਬਦ ਦੇ ਨਾਲ ਹੀ ਟੁੱਟ ਸਕਦੀ ਹੈ। ਜਿਸ ਗੁਰ ਪ੍ਰਸਾਦ ਟੁੱਟੇ ਹੋ ਰੋਗ, ਜਿਹਦੀ ਗੁਰੂ ਦੀ ਕਿਰਪਾ ਦੇ ਨਾਲ ਹੋਂ ਦਾ ਰੋਗ ਟੁੱਟਦਾ ਹੈ। ਕਿਉਂਕਿ ਹੋਂ ਦਾ ਰੋਗ ਸਭ ਤੋਂ ਵੱਡਾ ਹੈ। ਹੋਮੇ ਰੋਗ ਮਾਨੁ ਕੋ ਦੀਨਾ। ਹੋਮੇ ਦਾ ਰੋਗ ਸਭ ਤੋਂ ਵੱਡਾ ਹੈ। ਮਾਰੇ ਕਹਿੰਦੇ ਨੇ ਹੋਮੇ ਕਰਕੇ ਹੀ ਹੋਂ ਵਿੱਚ ਆਇਆ, ਹੋਂ ਵਿੱਚ ਗਿਆ, ਹੋਂ ਵਿੱਚ ਜੰਮਿਆ, ਹੋਂ ਵਿੱਚ ਮੂਆ। ਸਾਡੇ ਔਰ ਪਰਮਾਤਮਾ ਦੇ ਵਿੱਚ ਵੀ ਇੱਕ ਮੈਂ ਦੀ ਦਰਬਾਰ ਖੜੀ ਹੈ। ਕਿਵ ਸਚਿਆਰਾ ਸੀ ਸਚਿਆਰ। ਅਸੀਂ ਕਿਵੇਂ ਪਰਮਾਤਮਾ ਦੇ ਦਰ ਦੇ ਵਿੱਚ ਸਚਿਆਰ ਹੋ ਸਕਨੇ ਹਾਂ? ਤੇ ਗੁਰੂ ਉਹ ਡਿਊਟੀ ਨਿਭਾਉਂਦਾ ਹੈ।
ਉਹ ਜਿਹੜੀ ਦੀਵਾਰ ਹੈ ਹਉਮੈ ਦੀ, ਗੁਰੂ ਉਹ ਤੋੜਦਾ ਹੈ। ਕਿਹਦੇ ਨਾਲ? ਹਰ ਨਾਮੋ ਮੰਤਰ ਦਿੜਾਏਂਦਾ, ਕੱਟੈ ਹਉਮੈ ਰੋਗ, ਨਾਨਕ ਸਤਿਗੁਰ ਤਿਨਾ ਮਿਲਾਇਆ। ਕਿਹਨਾਂ ਨੂੰ? ਜਿਨ੍ਹਾਂ ਨੂੰ ਉਸ ਨਾਮ ਨੂੰ ਦ੍ਰਿੜ ਕਰਾ ਦਿੱਤਾ। ਤੁਹਾਡੇ ਵਰਗੇ ਸਤ ਸੰਗੀਆਂ ਨੂੰ, ਜਿਹਨੂੰ ਸੰਗਤ ਵਿੱਚ ਬੈਠ ਕੇ ਨਾਮ ਜਪਾਇਆ ਕਿ ਸਤਨਾਮ ਸ੍ਰੀ ਵਾਹਿਗੁਰੂ, ਇਹ ਸਤਿਗੁਰੂ ਨਾਮ ਦ੍ਰਿੜ ਕਰਾਉਂਦੇ ਨੇ। ਕੀ ਹੁੰਦਾ? ਘਰ ਸੁਖ ਵਸਿਆ, ਬਾਹਰ ਸੁਖ ਪਾਇਆ, ਕਹੋ ਨਾਨਕ ਗੁਰ ਮੰਤਰ ਦਿੜਾਇਆ। ਪੂਰੇ ਗੁਰੂ ਨੇ ਕੀ ਕੀਤਾ? ਆਪਣੀ ਡਿਊਟੀ ਨਿਭਾਈ, ਜੋ ਅਕਾਲ ਪੁਰਖ ਵੱਲੋਂ, ਪਰਮਾਤਮਾ ਵੱਲੋਂ ਲੱਗੀ ਡਿਊਟੀ। ਗੁਰੂ ਨੇ ਆਪਣੇ ਸਿੱਖ ਨੂੰ ਉਹ ਮੰਤਰ ਨੂੰ ਦ੍ਰਿੜ ਕਰਾ ਦਿੱਤਾ। ਫਿਰ ਉਹਦੇ ਜਨਮਾਂ ਦੀ ਜਿਹੜੀ ਮੈਲ ਸੀ ਮੈਂ ਹਉਮੈ ਦੀ, ਉਹ ਉਤਰ ਗਈ। ਤੇ ਫਿਰ ਕੀ ਹੋਇਆ? ਨਾਨਕ ਸਤਿਗੁਰ ਤਿੰਨਾ ਮਿਲਾਇਆ, ਜਿਨ ਧੁਰੇ ਪਿਆ ਸੰਜੋਗ। ਜੋ ਧੁਰੋ ਸੰਜੋਗ ਸੀ ਉਹ ਮੇਲ ਹੋ ਗਿਆ। ਪਰਮਾਤਮਾ ਨੇ ਉਸ ਪਿਆਰੇ ਨੂੰ ਮਿਲਾ ਦਿੱਤਾ ਰੱਬ ਨਾਲ, ਉਸ ਵਾਹਿਗੁਰੂ ਨੇ। ਤਾਂ ਗੁਰੂ ਹਮੇਸ਼ਾ ਨਾਲ ਹੈ। ਗੁਰੂ ਨੂੰ ਕਦੀ ਦੂਰ ਨਾ ਸਮਝਿਆ ਕਰੋ। ਗੁਰੂ, ਅਸੀਂ ਦੂਰ ਹੋ ਜਾਵਾਂਗੇ ਪਰ ਗੁਰੂ ਹਮੇਸ਼ਾ ਸਾਡੇ ਨਾਲ ਹੈ। ਦੇਖੋ, ਚੰਦਨ ਦਾ ਬੂਟਾ ਹੁੰਦਾ ਨਾ, ਉਹ ਕਦੀ ਵੀ ਤੁਸੀਂ ਦੇਖੋ, ਜਿਹੜਾ ਵੀ ਉਸ ਦੇ ਨਾਲ ਲੱਗਦਾ ਹੈ ਉਸ ਨੂੰ ਖੁਸ਼ਬੂ ਦਿੰਦਾ ਹੀ ਦਿੰਦਾ ਹੈ। ਕਦੇ ਵੀ ਨੋਟ ਕਰ ਲਓ। ਇਹ ਜਿਤਨੇ ਬਾਜ਼ਾਰ ਵਿੱਚ ਲੱਕੜ ਆਉਂਦੀ ਹੈ ਨਾ, ਅਸਲ ਵਿੱਚ ਚੰਦਨ ਦੀ ਘੱਟ ਹੁੰਦੀ ਹੈ। ਜਿਹੜੇ ਬੂਟੇ ਨਾਲ ਹੁੰਦੇ ਨੇ ਨਾ, ਉਹਨਾਂ ਦੀ ਕੀਮਤ ਇੰਨੀ ਪੈ ਜਾਂਦੀ ਹੈ। ਗੁਰੂ ਚੰਦਨ ਹੈ, ਅਸੀਂ ਆਮ ਬੂਟੇ ਹਾਂ। ਤੋ ਮਹਾਰਾਜ ਕਹਿੰਦੇ ਨੇ, ਕਬੀਰ ਚੰਦਨ ਕਾ ਬਿਰਵਾ ਭਲਾ, ਬੇੜਿਓ ਢਾਕ ਪਲਾਸ। ਇੱਕ ਛੋਟਾ ਜਿਹਾ ਬੂਟਾ ਹੁੰਦਾ ਚੰਦਨ ਦਾ, ਬਹੁਤ ਛੋਟਾ ਜਿਹਾ ਬੂਟਾ ਹੁੰਦਾ ਹੈ, 52 ਉਂਗਲ ਕਹਿੰਦੇ, ਬਹੁਤ ਛੋਟਾ ਜਿਹਾ। ਖੁਸ਼ਬੂ ਬੜੀ ਹੁੰਦੀ ਹੈ, ਪਰ ਉਹਦੇ ਆਸ-ਪਾਸ ਜਿੰਨੇ ਇਰੰਡ ਦੇ ਬੂਟੇ ਹੁੰਦੇ ਨੇ ਨਾ, ਉਹਨੇ ਟੱਕੇ ਹੁੰਦੇ ਨੇ ਇੱਦਾਂ। तो महाराज कबीर साहब कहते हैं, बिरवा चंदन का बिरवा भला, बेड़ियो टाक पलास, ओए भी चंदन होए रहे, बसे जो चंदन पास। पर जेड़े नाल वसदे ने ना, ਉਹ ਵੀ ਚੰਦਨ ਦਾ ਹੀ ਰੂਪ ਹੋ ਜਾਂਦੇ ਨੇ। ਤੁਸੀਂ ਸਤ ਸੰਗਤ ਵਿੱਚ ਆਉਂਦੇ ਹੋ ਨਾ, ਗੁਰੂ ਚੰਦਨ ਹੈ, ਉਹ ਤੁਹਾਨੂੰ ਖੁਸ਼ਬੂ ਆਪਣੀ ਦਿੰਦਾ ਹੈ। ਦੇਖੋ, ਤੁਸੀਂ ਖੁਸ਼ਬੂ ਵਾਲੇ ਫੁੱਲਾਂ ਦੇ ਕਦੀ ਬਾਗ ਵਿੱਚ ਚਲੇ ਜਾਓ, ਤੁਸੀਂ ਜਿਤਨੀ ਮਰਜ਼ੀ ਚਾਹੋ ਨਾ ਖੁਸ਼ਬੂ ਛੁਪਾਉਣਾ ਚਾਹੋ, ਨੱਕ ਬੰਦ ਕਰ ਲਓ, ਪਰ ਖੁਸ਼ਬੂ ਤੁਹਾਨੂੰ ਮਿਲੇਗੀ ਮਿਲੇਗੀ। ਕਿਉਂ ਕਹਿੰਦੇ ਨੇ ਸਤ ਸੰਗਤ ਕਰਿਆ ਕਰੋ? ਕਿਉਂਕਿ ਸੰਗਤ ਵਿੱਚ ਖੁਸ਼ਬੂ ਹੈ। ਮੇਰੇ ਮਾਧੋ ਜੀ, ਸਤ ਸੰਗਤ ਮਿਲੇ ਸੁਤਰਿਆ, ਕਿਉਂਕਿ ਉੱਥੇ ਗੁਰੂ ਆਪ ਬੈਠਦਾ ਹੈ। ਕਿਉਂਕਿ ਚੰਦਨ ਦੇ ਕੋਲ ਜਿਹੜਾ ਵੀ ਆ ਕੇ ਬੈਠੇਗਾ, ਉਹਨੂੰ ਖੁਸ਼ਬੂ ਆਣੀ ਲਾਜ਼ਮੀ ਹੈ। ਉਹ ਫਿਰ ਚੰਦਨ ਦੇ ਭਾਅ ਵਿਕਦਾ ਹੈ। ਤੇ ਗੁਰੂ ਵੀ ਸਾਡੇ ਨਾਲ ਹੈ, ਅਸੀਂ ਦੂਰ ਨਾ ਜਾਣੋ। ਮਹਾਰਾਜ ਕਹਿੰਦੇ ਨੇ ਨਾ ਕਿ ਜਿਹੜੇ ਦੂਰ ਜਾਣਦੇ ਨੇ, ਜਿਸ ਤਰ੍ਹਾਂ ਹੁਣ ਚੰਦਨ ਦੇ ਕੋਲ ਤੇ ਬਾਂਸ ਦਾ ਵੀ ਬੂਟਾ ਹੁੰਦਾ ਹੈ। ਕਬੀਰ ਬਾਂਸ ਵਡਾਈ ਬੁੱਢਿਆ, ਇਉਂ ਮਤ ਡੂਬੋ ਕੋਏ, ਰਹਿੰਦਾ ਉਹ ਵੀ ਨਾਲ ਹੀ ਹੈ। ਪਰ ਉਹ ਪਰਮਾਤਮਾ ਦੀ, ਗੁਰੂ ਦੀ ਗੱਲ ਨੂੰ ਗ੍ਰਹਿਣ ਨਹੀਂ ਕਰਦਾ। ਚੰਦਨ ਕੇ ਨਿਕਟੇ ਵਸੈ, ਵਸਦਾ ਚੰਦਨ ਦੇ ਨਾਲ ਹੈ, ਰਹਿੰਦਾ ਕੋਲ ਹੀ ਹੈ। ਪਰ ਬਾਸ ਸੁਗੰਧ ਨਾ ਹੋਏ, ਪਰ ਉਹਨੂੰ ਉਹਦੀ ਖੁਸ਼ਬੂ ਨਹੀਂ ਮਿਲਦੀ। ਪਤਾ ਕਿਉਂ? ਕਿਉਂਕਿ ਅੰਦਰੋਂ ਫੋਕਾ ਹੈ, ਤੇ ਉਹਦੀ ਇੱਕ ਇੱਕ ਗਿੱਠ ਤੇ ਤੁਸੀਂ ਦੇਖੋ, ਬਾਂਸ ਦੇ ਉੱਤੇ ਨਾ ਗੱਠਾਂ ਲੱਗੀਆਂ ਹੁੰਦੀਆਂ ਨੇ, ਉਹ ਮੈਂ ਦੀ ਲੱਗੀਆਂ ਹੁੰਦੀਆਂ ਨੇ। ਜਿਹੜੀ ਉਹ ਜਿਹਨੂੰ ਮੈਂ ਆ ਜਾਂਦੀ ਹੈ ਨਾ,
क्योंकि मैं होमे नामे नाल विरोध है, दोए न वसे एक ठाए, होमे विच सेवा ना होवे तां मन बिरथा जाए। बांस नूं क्यों खुशबू नहीं आती? क्योंकि अंदरों फोका है। जिस तरह बांसरी हुंदी है ते वो वजांदा है ते लेकिन फूक उहदी दूजी तरफों निकली जाती है। इहदे विच चंदन का कोई कसूर नहीं है, इहदे विच कसूर है बांस का, क्योंकि बांस विच मैं भरी पई है। वो सीधा लंबा बांस खड़ा होंदा है क्योंकि उहदे ते असर नहीं होंदा। गुरु नाल प्यार पाना ते निमरता पानी पेगी सानू। देखो जे निमरता नहीं होएगी ना तो फिर असी बांस वर्गे रह जाएंगे, भावें संगत भी कर लवांगे, बाणी भी पढ़ लवांगे, पर जे होएगी कि मैं पढ़ रहा। किसी ने मेरे को सवाल पूछा कि वीर जी एक गल दसो, इतना समा बाणी पढ़दिया हो गया, आनंद नहीं आता, ध्यान देना। मैं क्या सवाल तो तेरा बड़ा वाजिब है, गल तो तू चंगी कर रहे है। इस करके नहीं सानू हो रहा कि असी एक पाठ सुखमनी साहब का, 2 पाठ सुखमनी साहब करके जद तक 4 5 10 नूं 10 ना दईए ना, तद तक सानू वो कीता पाठ अंदर नहीं जाता। सिखा तू अगर अमृत वेले जाग रहे हैं, देखो जेड़ा धरती दे विच बीज छिपिया रह जाता है ना, जेड़ा टकिया रह जाता है वो तो प्रफुल्लित हो जाता है, ते जेड़ा ओपन रह जाता है या तो उन्होंने पक्षी खा जाते हैं ते या फिर उहदे उत्ते कोई फसल नहीं उगती। क्यों? क्योंकि नंगा रह गया। तुहाडे घर सोना हीरा पैसा पिया, तुसी आके कोई आंदा है, तुसी टेबल ते लगा के दस दिओ उन्होंने कि मेरे को यह कुछ पिया है, ये कीमती समान है मेरे को। ते पर जब रब का नाम जपने असी, रब का वीर जी एक आवाज, जदों असी रब का नाम जपने उहदे विच असी गिनतियां भी ला लैंदे उहदे विच असी विखावा भी करने, सारिਆਂ ਨੂੰ दस के कि असी इन्ने पाठ कर रहे हाँ। भाई अगर बीज नंगा रह गया तो वह प्रफुल्लित नहीं होना। जिन्नी बाणी पढ़ रहे हैं तू अपने वास्ते पढ़ रहे हैं। जे तुहाडे कोल वधदी माया पई है, वाधा तुहाडे कोल संपत्ति पई है, तो तुसी लोगों को विखांदे फिरदे हो, वो तुहाडे वास्ते ही है ना, किसी ने खोह ते नहीं लैनी। पर एक गल याद रखियो, जे इस तरह नाम अमोलक है, यदि भी नुमाइशी नहीं करना कि मेरे को मैं रोज़ इन्ने पाठ करना वा। वो की होंदा है, वो जिहड़ा आनंद है ना, रब बाबा जी कहते सारा तो तू पहले ही बीज नंगा कर दिता है। कई चीज़ां जिहड़ा एक तो मैं एक महापुरखा को जांदा संथिया लैन, बड़ी अच्छी गल करदे, कहंदे बेटा की तुहाडा नेम है। मैं कहा जी संगत विच जाने नेम करने सिमरन करने, फिर गुरु के द्वारे जाईदा, फिर असी घर सहज पाठ करीदा। इस तरह मैं उन्होंने जदों गल की तो महापुरों को पता की कहते हैं, कहते हैं ये तो सारा लोक दिखावा है, ये तो तुसी संगत विच सारे तो देख रहे ने, तुहाडा परसनल नेम की है, परसनल तुहाडा की नेम है। जद तुसी और गुरु कल्ले हो तद तुहाडा नेम की है। तो उस वेले मैं कुछ नहीं कह पाया। और जेड़ा बीज सत्संग नंगा रह जाता है वो आनंद वाला नहीं बनता, वो प्रफुल्लित नहीं होंदा। तो महाराज इत्थे कहंदे ने इहदे विच चंदन का कसूर नहीं है। कबीर साचा सतगुर क्या करे जो सिखा में चूक। अगर उतियाई कमी सिखी च होएगी तो सच्चा सतगुर की करेगा। अंधे एक ना लागी जो बांस बजाइयो फूक। जिस तरह वो बांसरी च फूक बजती है ना, तो एवं हवा खाली चली जाती है, अगे चली जाती है। तो जे गुरु का असीं एक बचन भी हिरदे विच नहीं वसाया तो साडी भी हालत कित्थे बांस वर्गी तो नहीं है गुरु दे नेड़े पर नेड़े होंदियां भी असी गुरु नूं दूर कर दिता हुआ है। तो मैं पहला ही कर्ज कीती है, घर दा जिहड़ा कीमती समान है
ਉਹ ਅਸੀਂ ਲੋਕਾਂ ਦੇ ਅੱਗੇ ਨਹੀਂ ਦਿਖਾਉਂਦੇ। ਤੇ ਨਾਮ ਇਤਨੀ ਅਮੋਲਕ ਦਾਤ ਹੈ ਭਾਈ, ਇਹਨੂੰ ਹਿਰਦੇ ਰੂਪੀ ਘਰ ਵਿੱਚ ਛੁਪਾ ਕੇ ਰੱਖ। ਜੇ ਤੂੰ ਜਪ ਰਿਹਾ ਹੈ ਤੇ ਆਪਣੇ ਵਾਸਤੇ ਜਪ ਰਿਹਾ ਹੈ। ਇਹ ਜਪਨੀ ਮਾਰੇ ਕਹਿੰਦੇ ਨੇ ਕਿਆ ਦਿਖਲਾਵੇ ਲੋਕ, ਇਹ ਲੋਕਾਂ ਨੂੰ ਕੀ ਦਿਖਲਾ ਰਹੇ ਹੈ। ਇਹ ਲੋਕਾਂ ਨੂੰ ਦਿਖਾਉਣ ਨਾਲ ਖਾਲੀ ਲੋਕ ਵਸ ਹੋ ਜਾਣਗੇ, ਰੱਬ ਵਸ ਨਹੀਂ ਹੋਏਗਾ। ਤਾਂ ਗੁਰੂ ਸਾਹਿਬ ਕਹਿੰਦੇ ਨੇ ਸੋ ਸਤਿਗੁਰ ਪਿਆਰਾ ਮੇਰੇ ਨਾਲ ਹੈ। ਉਹ ਤੇਰੇ ਨਾਲ ਹੈ ਪਿਆਰਿਆ, ਦੇਖੋ ਦੂਰ ਨਹੀਂ ਹੈ। ਇਹ ਮਨ ਮਤ ਜਾਣੋ ਹਰ ਦੂਰ ਹੈ। ਗੁਰੂ ਸਾਹਿਬ ਕਹਿੰਦੇ ਨੇ ਇਹ ਮਨ ਨੂੰ ਕਹਿ ਰਹੇ ਨੇ, ਮਨ ਮਤ ਜਾਣੋ ਹਰ ਦੂਰ ਹੈ, ਸਦਾ ਵੇਖ ਹਦੂਰ। ਸਦਾ ਉਹਨੂੰ ਕੋਲ ਵੇਖ, ਸਦ ਸੁਣਦਾ ਸਦ ਵੇਖਦਾ ਸ਼ਬਦ ਰਿਹਾ ਭਰਪੂਰ। ਜਦੋਂ ਤੁਸੀਂ ਸ਼ਬਦ ਪੜ੍ਹਦੇ ਹੋ, ਸੁਣਦੇ ਹੋ, ਗਾਉਂਦੇ ਹੋ, ਉਦੋਂ ਸਮਝੋ ਕਿ ਤੁਹਾਡੇ ਨਾਲ ਸਤਿਗੁਰੂ ਬੈਠੇ ਨੇ। ਸੋ ਸਤਿਗੁਰ ਪਿਆਰਾ ਮੇਰੇ ਨਾਲ ਹੈ, ਉਹ ਨਾਲ ਹੈਗਾ ਜੇ, ਉਹ ਦੂਰ ਨਹੀਂ ਹੈ। ਦੁਕਾਲੰ ਪ੍ਰਣਾਸੀ ਦਿਆਲੰ ਸਰੂਪੇ, ਸਦਾ ਅੰਗ ਸੰਗੇ ਅਪੰਗੰ ਵਿਭੂਤੇ। ਹਰ ਦੋ ਕਾਲਾਂ ਵਿੱਚ ਵੀ ਸਾਡੇ ਨਾਲ ਹੈ, ਉਹ ਦੂਰ ਨਹੀਂ ਹੈ। ਅਸੀਂ ਦੂਰ ਸਮਝਦੇ ਹਾਂ ਨਾ, ਉਹ ਨਹੀਂ। ਗੁਰ ਮੇਰੇ ਸੰਗ ਸਦਾ ਹੈ ਨਾਲੇ, ਸਿਮਰ ਸਿਮਰ ਤੇ ਸਦਾ ਸੰਭਾਲੇ। ਜਦੋਂ ਉਹਨੂੰ ਅਸੀਂ ਯਾਦ ਕਰਨੇ ਆ ਨਾ, ਉਦੋਂ ਨਾਲ ਹੀ ਹੈ। ਜਦੋਂ ਅਸੀਂ ਭੁਲਾ ਦਿੰਦੇ ਹਾਂ, ਤਾਂ ਹੀ ਗੁਰੂ ਨਾਨਕ ਪਾਤਸ਼ਾਹ ਨੇ ਕਿਹਾ ਸੀ ਆਖਾਂ ਜੀਵਾਂ ਵਿਸਰੇ ਮਰ ਜਾਓ। ਜਦੋਂ ਮੈਂ ਉਹਨੂੰ ਵਿਸਾਰਨਾ ਵਾ, ਮੇਰੀ ਮੌਤ ਹੋ ਜਾਂਦੀ ਹੈ। ਜਦੋਂ ਮੈਂ ਆਖਣਾ, ਮੇਰਾ ਜੀਵਨ ਹੋ ਜਾਂਦਾ। ਤੇ ਜੀਵਨ ਕੀ ਹੈ? ਸਾਡਾ ਗੁਰੂ। ਤੇ ਗੁਰੂ ਕੀ ਹੈ? ਉਹ ਪਰਮਾਤਮਾ ਦਾ ਰੂਪ, ਉਹ ਨਾਲ ਹੈ ਸਾਡੇ। ਉਹ ਸਾਨੂੰ ਹਰ ਜਗ੍ਹਾ ਸਾਡੇ ਨਾਲ ਹੈ, ਉਹ ਰੱਖਿਆ ਵੀ ਕਰਦਾ ਹੈ। ਮੈਂ ਇੱਕ ਇਤਿਹਾਸ ਦੀ ਇੱਕ ਗੱਲ ਸਾਂਝ ਕਰਾਂ। ਗੁਰੂ ਤੇ ਸਿੱਖ ਦਾ ਜਿਹੜਾ ਸੰਬੰਧ ਹੈ ਨਾ, ਇਹ ਸਦੀਆਂ ਤੋਂ ਚੱਲਦਾ ਆ ਰਿਹਾ ਹੈ। ਜੇ ਕਿੱਥੇ ਭਾਈ ਜੋਗੇ ਨੇ ਕਿਹਾ, ਗੁਰੂ ਸਾਹਿਬ ਪੁੱਛਿਆ ਕੀ ਨਾਮ ਹੈ, ਕਹਿਣ ਲੱਗਾ ਜੀ ਜੋਗਾ। ਤੇ ਮਹਾਰਾਜ ਨੇ ਫਿਰ ਕਿਹਾ ਸੀ ਤੇ ਤੂੰ ਸਾਡੇ ਜੋਗਾ ਤੇ ਅਸੀਂ ਤੇਰੇ ਜੋਗੇ। ਗੁਰੂ ਫਿਰ ਜਿਹੜਾ ਬਚਨ ਕੱਢਦੇ ਨਾ, ਫਿਰ ਉਹ ਭਾਵੇਂ ਵੈਸ਼ਿਆ ਦੇ ਕੋਠੇ ਤੇ ਵੀ ਖੜਾ ਹੋਵੇ, ਗੁਰੂ ਉਸ ਨੂੰ ਉਸ ਵੀ ਨਰਕ ਕੁੰਭੀ ਚੋਂ ਕੱਢ ਲਿਆਂਦਾ ਹੈ। ਇਹ ਗੁਰੂ ਦੀ ਇੱਕ ਬਖਸ਼ਿਸ਼ ਹੈ। ਦੇਖੋ ਇੱਕ ਪਿੰਡ ਹੈ ਪਟਿਆਲੇ ਕੋਲ, ਭਵਾਨੀ ਪਿੰਡ। ਉੱਥੋਂ ਦੀ ਸੰਗਤ ਨਾ ਚੱਲਣ ਲੱਗੀ, ਬੜੇ ਧਿਆਨ ਨਾਲ ਸਰਵਨ ਕਰਨਾ। ਚੱਲਣ ਲੱਗੀ ਗੁਰੂ ਰਾਮਦਾਸ ਪਾਤਸ਼ਾਹ ਦੇ ਦਰਸ਼ਨ ਕਰਨ ਵਾਸਤੇ। ਜਦੋਂ ਮਹਾਰਾਜ ਸਰੀਰ ਰੂਪ ਵਿੱਚ ਸਨ, ਪਹਿਲੇ ਵਰਗੀਆਂ ਸਹੂਲਤਾਂ ਨਹੀਂ ਸਨ। ਪਹਿਲਾਂ ਸੰਗਤਾਂ ਪੈਦਲ ਹੀ ਜਾਂਦੀਆਂ ਸਨ, ਕਾਬਲ ਤੋਂ, ਕੰਧਾਰ ਤੋਂ, ਲਾਹੌਰ ਤੋਂ, ਬੜੀ ਬੜੀ ਜਗ੍ਹਾ ਤੋਂ ਆਉਂਦੀਆਂ ਸਨ ਮਹਾਰਾਜ ਨੂੰ ਦਰਸ਼ਨ ਕਰਨ ਵਾਸਤੇ ਨਾ, ਤੇ ਪੈਦਲ ਆਉਂਦੀਆਂ ਸਨ। ਜਦੋਂ ਚੱਲਣ ਲੱਗੇ, ਇੱਕ ਬੜਾ ਗਰੀਬ ਸਿੱਖ, ਬਜ਼ੁਰਗ ਸਨ, ਆਸਥਾ ਬੜੀ ਸੀ, ਕੱਪੜੇ ਪਾਟੇ ਹੋਏ, ਕੁਝ ਟਾਕੀਆਂ ਲੱਗੀਆਂ, ਮੈਲੇ ਵੀ, ਗਰੀਬ ਸੀ ਬਹੁਤ ਜ਼ਿਆਦਾ। ਉਹਨੇ ਸੰਗਤ ਨੂੰ ਕਿਹਾ ਤੁਸੀਂ ਗੁਰੂ ਰਾਮਦਾਸ ਜੀ ਦੇ ਦਰਸ਼ਨ ਕਰਨ ਜਾ ਰਹੇ ਹੋ, ਮੇਰਾ ਚਿੱਤ ਕਰਦਾ ਮੈਂ ਵੀ ਜਾਵਾਂ। ਤੇ ਸੰਗਤਾਂ ਨੇ ਕਿਹਾ ਬਜ਼ੁਰਗ ਹੋ ਤੁਸੀਂ, ਸਫ਼ਰ ਪੈਦਲ ਦਾ ਬਹੁਤ ਹੈ, ਕਿੱਥੇ ਪਟਿਆਲੇ ਤੋਂ ਭਵਾਨੀ ਗੜ੍ਹ ਤੇ ਕਿੱਥੇ ਗੁਰੂ ਰਾਮਦਾਸ ਜੀ ਦੀ ਨਗਰੀ, ਜ਼ਿਲ੍ਹਾ ਵੀ ਉੱਥੇ ਆਲੂਵਾਲ ਆਇਆ। ਪਰ ਉਹਨੇ ਬੇਨਤੀ ਕੀਤੀ ਕਿ ਮੈਂ ਵੀ ਜਾਣਾ ਚਾਹੁੰਦਾ। ਸੰਗਤਾਂ ਨੇ ਸਾਰਿਆਂ ਨੂੰ, ਉਹਨਾਂ ਨੂੰ ਹੀ, ਬਜ਼ੁਰਗ ਵੀ ਨਾਲ ਲੈ ਲਿਆ। ਰਸਤੇ 'ਚ ਰਾਤ ਉਹ ਵੀ ਆਰਾਮ ਕਰੇ, ਸਵੇਰੇ ਉਹ ਵੀ ਇਸ਼ਨਾਨ ਕਰੇ, ਲੰਗਰ ਪਾਣੀ ਛਕੇ, ਰਸਤੇ ਵਿੱਚ ਗੁਰੂ ਦੀ ਜਸ ਗਾਉਂਦੇ ਜਾਣ। ਇਹ ਵੀ ਇੱਕ ਬੜੀ ਅੱਛੀ ਗੱਲ ਹੈ। ਅਸੀਂ ਵੀ ਗੁਰੂ ਰਾਮਦਾਸ ਜੀ ਦੇ ਦਰ 'ਤੇ ਜਾਈਏ ਨਾ, ਤੇ ਖਾਲੀ ਪਿਕਨਿਕ ਮਨਾਉਂਦੇ ਨਾ ਜਾਈਏ। ਰਸਤੇ ਵਿੱਚ ਕੁਝ ਨਾ ਕੁਝ ਪਾਠ ਬਾਣੀ ਪੜ੍ਹਦੇ ਹੋਏ ਗੁਰੂ ਦਾ ਜਸ ਗਾਇਨ ਕਰਦੇ ਜਾਓ। ਦੇਖੋ ਇਹ ਮਰਿਆਦਾ ਹੈ ਸਾਡੇ ਗੁਰੂ ਘਰ ਦੀ ਜਾਣ ਦੀ। ਸਾਨੂੰ ਯਾਦ ਹੈ ਕਿ ਜਦੋਂ ਅਸੀਂ ਪ੍ਰਭਾਤ ਫੇਰੀਆਂ ਜਾਂਦੇ ਨਾ, ਸਵੇਰੇ ਗੁਰੂ ਦੇ ਦੁਆਰੇ ਜਾਣਾ ਤੇ ਰਸਤੇ ਕੀਰਤਨ ਹੀ ਕਰਦੇ ਜਾਂਦੇ ਸਨ। ਤੇ ਪੁਰਾਣੇ ਸਮੇਂ ਵਿੱਚ ਵੀ ਸਾਰਾ ਟਾਈਮ ਕੀਰਤਨ ਕਰਦੇ ਜਾਣਾ। ਤੇ ਜਦ ਗੁਰੂ ਰਾਮਦਾਸ ਜੀ ਦੀ ਨਗਰੀ ਤੇ ਉਹ ਬਜ਼ੁਰਗ ਵੀ ਨਾਲ ਪਹੁੰਚਿਆ ਨਾ, ਲਾਈਨ ਬੜੀ ਲੰਬੀ ਸੀ।
महाराज के दर्शनां दी। बजुर्ग खड़ा हो गया, कई बारी इतनी देर नहीं भी खड़ा होण हुंदा। असीं हुण दरबार साहिब जाइए, कदी तुसीं जांदे हो, 2-2 घंटे भी लग जांदे ने। पर मैं इत्थे भी एक जुगती कह देवां, वो समा जिहड़ा 1.5-2 घंटे का हुंदा ना, बजाए किलसन तो या कोई सैल्फी लैण वास्ते या कोई गल्लां बातां दुनियावी ना करिए, उत्थे तुहाडी हाज़री दर्शनी दियोड़ी तो लगनी शुरू हो गई है। वैसे तो घरों ही तुसीं बाणी पढ़ रहे हो, चालू है, पर जिहड़ा 84 कदम का डिस्टेंस है, कोशिश करो उहदे विच या तो कीर्तन चल रहा उन्होंने सुनो, तो या अंदर ही अंदर वाहिगुरू का सिमरन करो। एक जुगती है। चलते चलते जब बजुर्ग 1.5-2 घंटे बाद नंबर आने लगा ना, 4 कुछ शरीर रह गए, तो उन्हें दूरों गुरु रामदास पातशाह के दर्शन कर ले। देखो, मैं हरमंदर साहब 1-2 बारी ना मैं भी एक जगह पर नोट किया, जेड़े कई बड़े प्यार वाले होंगे ना, वो इतना समा जद 2 घंटे वेट करन तो बाद, दियोड़ी तो बाद महाराज दे प्रतक किवाड़ ते पहुँचते ना, उन्हां दी अखां विच ना हंझू आने शुरू हो जाते हैं। तो मैं छोटा हुंदा सी, मैं समझदा सी शायद है इन्नी देर दे खड़े ने उस करके हंझू आए ने, पर मनु मेरे नाल बजुर्ग होंदे सन, कहंदे बेटा ये गल नहीं है, ये समझ लो विराग दे इन्हां दे आंसू आ रहे हैं कि गुरु रामदास पातशाह दे प्रतख दर्शन होने ने। देखो कितनी वड्डी गल है, ये भावना बना के चाहिए कि सतगुरु प्यारा मेरे नाल है। इत्थे विच ना अमीरी गरीबी की कोई गल नहीं जी। गुरु ये नहीं कि जिहदे कोल 2 दमड़े जायदा ने, जिन्हें 1100 का प्रसाद कराता तो गुरु उहदे नेड़े वे, ते जिहड़ा टका मत्था टेक रहा उहदा नहीं। गुरु ते अंदर दी भावना देखदा है, गुरु ते तुहाडे अंदर दा प्रेम देखदा है। ते जद 4 तो बाद पहुंच लगा तो अखां विचों हंझू आ गए कि जिन्हों मैं रोज़ सिजदा सी, अज महाराज दे प्रतख दर्शन हो गए ने। तो महाराज दे चरणों विच जाके नमस्कार कीती, महाराज ने हथ रखिया, तो अचानक ही पूछया महाराज ने कि बाबा जी की चाहिए तुहानूं? हुण इह गल सोचण वाली है। कहंदा महाराज बड़ी कृपा है, कुछ नहीं चाहिए। इस तरह देखो, कभी मैं तो इतिहास कभी नहीं पढ़िया कि गुरु त्रुठे पूछे की चाहिए, कहते मैनू कुछ नहीं चाहिए। महाराज ने फिर पूछ लिया, रामदास जी कहते बाबा जी दसो, कहते कुछ नहीं। तीजी बारी जब महाराज ने फिर पूछया, पता उन्हें की किया? वो बजुर्ग कहता गुरु रामदास महाराज जे तुठे हो ना, तो मेरे ते कृपा कर दिओ, मेरे घर ना चरण पा दिओ। महाराज ना मत्थे ते इस तरह हाथ रख के ना, जो इतिहासकार कहते हैं, महाराज ने थोड़ी देर सोचन लग पे। महाराज कहते ने चलो ठीक है बाबा जी, असी आवांगे। ते महाराज जो चलन लगा तो कहते महाराज नूं, महाराज कहने लगे आवांगे असी जरूर। महाराज कदों आवोगे ते किन्ने शरीर आओगे? महाराज कहते असी कल्ले नहीं आवांगे, असी 45-50 शरीर होणगे साडे नाल। कहंदा महाराज मैं तो बहुत गरीब हाँ, मैं 50 शरीरां नूं मैं तो लंगर छका ही नहीं सकदा। मैं तो जे आओगे 1-2 तुसी आ जाओ, आप आओ, होर एक अद्धा कोई आ जाए, मैं तो ना मेरी समर्था है तो ना मैं कोई करन वाला है। मैं 50 शरीरां नूं कित्थों मैं आओ भगत नहीं कर सकता। महाराज कहंदे ने असीं आवांगे, असीं रात भी रुकांगे, भोजन भी छकांगे, अगले दिन इत्थों चाले पावांगे। महाराज कहंदे मैं बहुत गरीब हाँ महाराज, मेरी गरीबी ऐनी है कि गोडे गोडे गरीबी है मेरी। वाहिगुरू गिट्टे गिट्टे जो इतिहास आया है। तो महाराज मुस्करा पे, महाराज कहंदे कोई गल नहीं, गिट्टे गिट्टे गरीबी है तो तेरी मोढे मोढे अमीरी हो जाएगी, असी आवांगे। तो महाराज कहंदे कदों आओगे? कहंदे ने असी आवांगे 9वें जामे विच। प्यार नाल आखो सतनाम श्री वाहिगुरू। बचन संभाल के घर नूं वापस आ गए संगत दे नाल।
ਸਮਾਂ ਬੀਤਦਾ ਗਿਆ। ਗੁਰੂ ਰਾਮਦਾਸ ਪਾਤਸ਼ਾਹ ਤੋਂ ਬਾਅਦ ਜਦ 9ਵੀਂ ਜੋਤ ਗੁਰੂ ਤੇਗ ਬਹਾਦਰ ਬਾਬਾ ਜੀ ਇਸ ਗੁਰਤਾ ਗੱਦੀ 'ਤੇ ਬੈਠੇ, ਤੇ ਜਦੋਂ ਪਟਿਆਲੇ ਤੋਂ ਹੁੰਦੇ ਹੋਏ ਜਾ ਰਹੇ ਸਨ, 40-50 ਸ਼ਰੀਰ ਸੇਵਕ ਨਾਲ ਸਨ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ। ਉਸ ਵੇਲੇ ਫਿਰ ਗੁਰੂ ਤੇਗ ਬਹਾਦਰ ਸਾਹਿਬ ਨੇ ਕਿਹਾ, ਜੀ ਸਿੱਖੋ, ਅੱਜ ਸਾਨੂੰ ਪਿਆਰ ਵਾਲਾ ਕੋਈ ਸ਼ਰੀਰ ਉਡੀਕ ਰਿਹਾ ਹੈ। ਅੱਜ ਅਸੀਂ ਆਪਣਾ ਪੁਰਾਣਾ ਵਾਅਦਾ ਪੂਰਾ ਕਰਨਾ ਹੈ। ਦੇਖੋ ਗੁਰੂ ਸਾਹਿਬ ਐਵੇਂ ਨਹੀਂ, ਮਹਾਰਾਜ ਨੇ ਕਿਹਾ, ਤੇਗ ਬਹਾਦਰ ਸਿਮਰੈ ਘਰ ਨੋਨਿਦ ਆਵੇ ਤਾਏ, ਸਭ ਥਾਈ ਹੋਏ ਸਹਾਏ। ਉਹ ਸਦਾ ਹੀ ਨਾਲ ਹੈ, ਹਰ ਜਗ੍ਹਾ 'ਤੇ। ਉਹਨੂੰ ਜਿਹੜਾ ਵੀ ਕੋਈ ਕਿੱਥੇ ਕਿਸੇ ਰੂਪ ਵਿੱਚ ਯਾਦ ਕਰਦਾ ਹੈ, ਗੁਰੂ ਆਉਂਦਾ ਹੈ। ਉਸ ਬਜ਼ੁਰਗ ਦੀਆਂ ਪੜਪੋਤੇ ਹੋ ਗਏ, ਤੇ ਜਦ ਉੱਥੇ ਪਹੁੰਚੇ ਮਹਾਰਾਜ, ਤੇ ਉਹਦਾ ਨਾਮ ਪਤਾ ਕੀ ਸੀ? ਦੀਵਾਨ ਟੋਡਰਮਲ। ਪਿਆਰ ਨਾਲ ਆਖੋ ਸਤਨਾਮ ਸ੍ਰੀ ਵਾਹਿਗੁਰੂ। ਟੋਡਰਮਲ ਮਹਾਰਾਜ, ਉਹਦੀ ਹਵੇਲੀ ਵੇਖੀ, ਬਹੁਤ ਵੱਡੀ ਹਵੇਲੀ ਹੈ, ਕਿਉਂਕਿ ਸਾਧ ਬਚਨ ਜਿਹੜਾ ਨਾ ਉਹ ਅਟਲਾਦਾ ਹੈ। ਗੁਰੂ ਕਹਿ ਦੇਵੇ ਨਾ ਕਿ ਜਾ ਤੇਰੇ ਮੋਢੇ ਮੋਢੇ ਅਮੀਰੀ ਹੋਏਗੀ। ਇਹ ਹੁਣ ਸੋਮਾ ਕੀ ਸੀ? ਭਾਈ ਸੋਮਾ। ਮਹਾਰਾਜ ਨੇ ਕਿਹਾ, ਕਹਿੰਦਾ ਮੈਂ ਗਰੀਬ ਹਾਂ। ਮਹਾਰਾਜ ਕਹਿੰਦਾ ਤੂੰ ਗਰੀਬ ਕਿੱਥੋਂ ਹੋ ਗਿਆ? ਗੁਰੂ ਰਾਮਦਾਸ ਪਾਤਸ਼ਾਹ, ਤੂੰ ਤੇ ਸ਼ਾਹ ਹੈ, ਤੂੰ ਤੇ ਸਾਨੂੰ ਭੇਟਾ ਦਿੱਤੀ ਹੈ। ਦੇਣ ਵਾਲਾ ਸ਼ਾਹ ਹੁੰਦਾ, ਲੈਣ ਵਾਲਾ ਕੀ ਹੁੰਦਾ? ਤੇ ਫਿਰ ਮਹਾਰਾਜ ਨੇ ਵਰ ਦਿੱਤਾ, ਸੋਮਾ ਸ਼ਾਹ, ਸ਼ਾਹਾਂ ਦਾ ਸ਼ਾਹ, ਬੇਪਰਵਾਹ। ਅੱਜ ਸੋਮੇ ਸ਼ਾਹ ਦੀ 13ਵੀਂ 14ਵੀਂ ਅੰਸ਼ ਚਲਦੀ ਆ ਰਹੀ ਹੈ, ਜਿਹੜੀ ਤੁਸੀਂ ਇੱਥੇ ਗੁਜਰਾਂਵਾਲਾ ਟਾਊਨ ਤੇ ਸ਼ਾਹ ਜੀ ਜਿਹਨੂੰ ਕਹਿੰਦੇ ਹੋ, ਇਹ ਭਾਈ ਸੋਮੇ ਸ਼ਾਹ ਤੋਂ ਨੇ। ਅੱਜ ਤੱਕ ਉਹ ਸ਼ਾਹੀ ਖਾਨਦਾਨ ਅੱਜ ਵੀ ਗੁਰੂ ਦੀਆਂ ਖੁਸ਼ੀਆਂ, ਗੁਰੂ ਰਾਮਦਾਸ ਪਾਤਸ਼ਾਹ ਦੀਆਂ ਖੁਸ਼ੀਆਂ ਲੈ ਰਹੇ ਨੇ ਤੇ ਵੰਡ ਰਹੇ ਨੇ। ਤੇ ਟੋਡਰਮਲ ਜੀ ਨੇ ਬੜੀ ਆਓ ਭਗਤ ਕੀਤੀ, 40-45 ਸ਼ਰੀਰ ਮਹਾਰਾਜ ਦੇ ਨਾਲ। ਮਹਾਰਾਜ ਨਾਲ ਉੱਥੇ ਫਿਰ ਦੀਵਾਨ ਵੀ ਲੱਗੇ। ਰਾਤ ਨੂੰ ਸਵੇਰ ਹੋਈ, ਅੰਮ੍ਰਿਤ ਵੇਲਾ ਹੋਇਆ, ਇਸ਼ਨਾਨ ਕੀਤਾ, ਦੀਵਾਨ ਲੱਗੇ। ਮਹਾਰਾਜ ਹੁਣ ਚੱਲਣ ਲੱਗੇ ਤੇ ਹਰ ਇੱਕ ਦੀ ਇੱਕ ਮਨਸਾ ਹੁੰਦੀ ਹੈ ਕਿ ਮੈਂ ਕੁਛ ਨਾ ਕੁਛ ਗੁਰੂ ਨੂੰ ਭੇਟਾ ਕਰਾਂ। ਦੇਖੋ ਗੁਰੂ ਨੂੰ ਲੋੜ ਨਹੀਂ ਹੁੰਦੀ। ਅਸੀਂ ਜਿਹੜੇ ਗੁਰਦੁਆਰੇ, ਗੋਲਕ ਦਾ ਨਾਮ ਕੀ ਹੈ? ਗੋਲਕ ਦਾ ਨਾਮ ਹੀ ਮਾਇਆ ਹੈ। ਤੇ ਗੋਲਕ ਭਾਵ ਅਸੀਂ ਪਾਉਂਦੇ ਹਾਂ, ਗੁਰੂ ਵਾਸਤੇ ਨਹੀਂ ਹੈ, ਮੈਨੂੰ ਖਿਮਾ ਕਰ ਦੇਣਾ, ਇਹ ਸਾਡੇ ਤੁਹਾਡੇ ਵਰਗਿਆਂ ਵਾਸਤੇ ਹੀ ਹੈ। ਗਰੀਬ ਦਾ ਮੂੰਹ ਤੇ ਗੁਰੂ ਦੀ ਗੋਲਕ। ਜੋ ਮਾਇਆ ਅਸੀਂ ਪਾਉਂਦੇ ਹਾਂ ਉਹ ਗੁਰੂ ਦੇ ਪਿਆਰਿਆਂ ਵਾਸਤੇ ਯੂਜ਼ ਹੁੰਦੀ ਹੈ। ਗੁਰੂ ਮਾਇਆ ਦਾ ਭੁੱਖਾ ਨਹੀਂ ਹੈ। ਜਿਹੜਾ ਮਾਇਆ ਬਣਾਉਣ ਵਾਲਾ ਹੁੰਦਾ ਹੈ ਉਹਨੂੰ ਅਸੀਂ ਨਹੀਂ ਦੇਖ, ਤਾਂ ਹੀ ਗੁਰੂ ਘਰ ਵਿੱਚ ਸਨਮਾਨਿਤ ਵਰਡੇ ਭੇਟਾ ਦਿੰਦੇ ਆ, ਨਾ ਕਿ ਦਾਨ ਦਿੰਦੇ ਆ। ਉਸਨੇ ਟੋਡਰਮਲ ਨੇ ਘਰ ਵਾਲੀ ਨਾਲ ਗੱਲ ਕਰਕੇ ਤੇ ਇੱਕ ਪਿੱਤਲ ਦੀ ਪਰਾਤ ਲਈ, ਉਹਦੇ ਵਿੱਚ ਸੋਨੇ ਦੀਆਂ ਮੋਹਰਾਂ ਪਾਈਆਂ ਤੇ ਦੁਸ਼ਾਲਾ ਲੈ ਕੇ ਦੋਨੋਂ ਜੀ ਗੁਰੂ ਤੇਗ ਬਹਾਦਰ ਸਾਹਿਬ ਦੇ ਚਰਨਾਂ ਵਿੱਚ ਰੱਖਿਆ ਤੇ ਮਹਾਰਾਜ ਮੁਸਕਰਾ ਪਏ। ਟੋਡਰਮਲ ਜੀ ਇਹ ਕੀ? ਦੇਖੋ ਪਿੱਤਲ ਦੀਆਂ ਪਰਾਤਾਂ ਅੱਜ ਕੱਲ੍ਹ ਤਾਂ ਖੈਰ ਹੁੰਦੀਆਂ ਹੀ ਨਹੀਂ, ਅਸੀਂ ਛੋਟੇ ਹੁੰਦੇ ਸਾਂ, ਸਾਨੂੰ ਪਤਾ ਹੈ। ਉਹਦੇ ਵਿੱਚ ਕੋਈ ਆਏ ਤੇ ਜਾਂ ਕੋਈ ਰਸਤ, ਦਾਲ, ਚੀਨੀ ਪਾ ਕੇ ਦਿੰਦੇ ਸਨ, ਪਰ ਉਹਨੇ ਸੋਨੇ ਦੀਆਂ ਮੋਹਰਾਂ ਪਾ ਕੇ ਦਿੱਤੀਆਂ ਉਸ ਵੇਲੇ। ਮਹਾਰਾਜ ਕਹਿੰਦੇ ਨੇ ਇਹ ਨਾ ਘੱਟ ਨੇ। ਕਹਿੰਦਾ ਘੱਟ ਨੇ ਮਹਾਰਾਜ ਇੱਕ ਨਾਲ, ਮਹਾਰਾਜ ਕਹਿੰਦੇ ਨੇ ਇੱਕ ਨਾਲ ਕੁਛ ਨਹੀਂ ਬਣਨਾ। ਉਹਨੇ ਫਿਰ ਆਪਣੇ ਅਹਿਲਕਾਰ ਨੂੰ ਬੁਲਾਇਆ, ਉਹਨੇ ਕਿਹਾ ਫਿਰ ਕਿੰਨੀਆਂ ਨੇ? ਉਹਨੇ ਪਰਾਤਾਂ ਲਿਆ ਕੇ ਉਹ ਕਹਿੰਦਾ, ਮਹਾਰਾਜ ਨੂੰ ਕਹਿੰਦਾ ਹੈ ਇਸ ਤਰ੍ਹਾਂ ਕਰਾਂਗਾ, ਫਿਰ ਸਾਰਾ ਮੈਂ ਖਜ਼ਾਨਾ ਖਾਲੀ ਕਰ ਦਿੰਦਾ, 2 ਜਾਂ 3 ਪਰਾਤਾਂ ਹੋਰ ਨਿਕਲਣਗੀਆਂ। ਤੇ ਮਹਾਰਾਜ ਕਹਿੰਦੇ ਨੇ ਉਹ ਵੀ ਘੱਟ ਨੇ, 3 ਪਰਾਤਾਂ ਵੀ ਘੱਟ ਨੇ। ਤੇ ਮਹਾਰਾਜ ਕਹਿੰਦੇ ਫਿਰ, ਮਹਾਰਾਜ ਪਤਾ ਕੋ ਕੀ ਕਹਿੰਦੇ ਨੇ? ਮਹਾਰਾਜ ਕਹਿੰਦੇ ਨੇ ਨਹੀਂ ਭਾਈ, ਸਾਨੂੰ ਤੇ ਨਾ ਗੱਡਿਆਂ ਦੀ ਭਰੀ ਹੋਈ ਮੋਹਰਾਂ ਚਾਹੀਦੀਆਂ ਨੇ, ਗੱਡੇ ਭਰੇ ਹੋਣ। ਅਸੀਂ 1-2 ਪਰਾਤਾਂ ਨਾਲ ਨਹੀਂ ਕੰਮ ਚੱਲਣਾ। ਮਹਾਰਾਜ ਤੁਸੀਂ 2 ਦਿਨ ਦਾ ਸਮਾਂ ਦੇਵੋ, ਮੈਂ ਭਾਵੇਂ ਆਪਣੀ ਹਵੇਲੀ, ਆਪਣਾ ਘਰ-ਬਾਰ, ਆਪਣਾ ਆਪ ਵੇਚ ਦੇਵਾਂਗਾ, ਤੁਹਾਨੂੰ ਗੱਡੇ ਭਰ ਕੇ ਹੀ ਸੋਨੇ ਦੀ ਮੋਹਰਾਂ ਦਾ ਦਾਂਗਾ। ਕਿਉਂਕਿ ਮੈਨੂੰ ਯਾਦ ਹੈ ਮੇਰੇ ਦਾਦੇ ਪਰਦਾਦੇ ਅਸੀਂ
ਰੋਟੀ ਖਾਣ ਤੋਂ ਭੁੱਖੇ ਹੁੰਦੇ ਸਾਂ, ਸਾਡੇ ਘਰ ਭੋਜਨ ਨਹੀਂ ਬਣਦਾ ਸੀ। ਇਹ ਸਾਰੀਆਂ ਬਰਕਤਾਂ ਗੁਰੂ ਰਾਮਦਾਸ ਪਾਤਸ਼ਾਹਾਂ ਦੀਆਂ ਨੇ, ਉਹਦੇ ਦਿੱਤੇ ਚੋਂ ਦੇ ਰਿਹਾ ਮੈਂ ਕੁਛ ਆਪਣੇ ਕੋਲੋਂ। ਦੇਖੋ ਇਹਨੂੰ ਕਹਿੰਦੇ ਨੇ ਇਹਸਾਨਮੰਦ। ਕਈ ਇਹਸਾਨ ਫਰਮੋਸ਼ ਹੁੰਦੇ ਨੇ ਕਿ ਗੁਰੂ ਕੋਲੋਂ ਮਾਇਆ ਲਈ, ਗੁਰੂ ਕੋਲ ਦਾਤਾਂ ਲਈਆਂ ਤੇ ਫਿਰ ਗੁਰੂ ਨੂੰ ਹੀ ਅੱਗੋਂ ਫਿਰ ਐਸੀ ਗੱਲ ਕਰ ਦੇਣੀ। ਜਿਸ ਤਰ੍ਹਾਂ ਸ਼ਾਮੂ ਸੇਠ ਸੀ, ਗੁਰੂ ਅਮਰਦਾਸ ਜੀ ਦੇ ਦਰ 'ਤੇ ਆਇਆ ਤੇ ਮਹਾਰਾਜ ਕੋਲ ਸੇਵਾ ਕੀਤੀ। ਮਹਾਰਾਜ ਨੇ ਕਿਹਾ ਜਾ ਇਹ ਰੁੱਕਾ ਲੈ ਜਾ ਤੇ ਦਿੱਲੀ ਜਾਏਗਾ ਨਾ ਤੇ ਉੱਥੇ ਕਿਸੇ ਨਾਲ ਗੱਲ ਕਰੀ, ਤੂੰ ਕਾਰੋਬਾਰ ਸ਼ੁਰੂ ਕਰੇਗਾ, ਤੇਰਾ ਕੰਮ ਚੱਲੇਗਾ। ਮਹਾਰਾਜ ਨੇ ਬਰਕਤ ਪਾ ਦਿੱਤੀ, ਚੱਲਣ ਲੱਗਾ ਤੇ ਮਹਾਰਾਜ ਦਾ ਆਸ਼ੀਰਵਾਦ ਲਿਆ ਤੇ ਜਦ ਦਿੱਲੀ ਆਇਆ, ਦਿੱਲੀ ਕਾਰੋਬਾਰ ਕੀਤਾ, ਸ਼ਾਮੂ ਤੋਂ ਸ਼ਾਮੂ ਸੇਠ ਹੋ ਗਿਆ। ਜਿੱਥੇ ਆਪ ਨੌਕਰ ਸੀ ਹੁਣ ਉਹਦੇ ਥੱਲੇ ਕਈ ਨੌਕਰ ਹੋ ਗਏ। ਤੇ ਕੁਝ ਸਮਾਂ ਬੀਤਿਆ, ਗੁਰੂ ਅਮਰਦਾਸ ਪਾਤਸ਼ਾਹ ਕੋਲ ਕੋਈ ਸ਼ਰੀਰ ਆਇਆ ਕਿ ਮੇਰੀ ਬੱਚੀ ਦੀ ਸ਼ਾਦੀ ਹੈ। ਬਾਹਮਣ ਇੱਕ ਆਇਆ ਕਿ ਮੇਰੀ ਬੱਚੀ ਦੀ ਸ਼ਾਦੀ ਹੈ। ਤੇ ਮਹਾਰਾਜ ਨੂੰ ਯਾਦ ਆਇਆ ਕਿ ਸਾਡਾ ਇੱਕ ਸੇਠ ਹੈ ਸ਼ਾਮੂ ਸੇਠ, ਉਹ ਦਿੱਲੀ ਵਿੱਚ। ਮਹਾਰਾਜ ਨੇ ਰੁੱਕਾ ਲਿਖ ਕੇ ਆਪਣੇ ਹੱਥੀ ਕਿਹਾ ਕਿ ਇਹ ਸ਼ਾਮੂ ਸੇਠ ਨੂੰ ਜਾਈ, ਇਹ ਤੇਰੇ ਬੱਚੀ ਦੇ ਆਨੰਦ ਕਾਰਜ ਵਾਸਤੇ ਆਪਣੇ ਹੀ ਆਪ ਕਾਰਜ ਕਰ ਦੇਗਾ। ਜਦ ਉਸ ਰੁੱਕਾ ਲੈ ਕੇ ਪਹੁੰਚਿਆ ਦਿੱਲੀ ਉਸ ਸੇਠ ਨੂੰ ਮਿਲਣ, ਤੇ ਅੱਗੇ ਉਹਦੇ ਕਈ ਦਰਬਾਨ ਖੜੇ ਸਨ। ਪੁੱਛਿਆ, ਬੜੀ ਮੁਸ਼ਕਿਲ ਨਾਲ ਤੇ ਉਹ ਅੰਦਰ ਗਿਆ ਤੇ ਕੋਲ ਮੁਨੀਮ ਬੈਠਾ ਸੀ। ਕਹਿੰਦਾ ਕਿੱਥੋਂ ਆਏ ਹੋ? ਕਹਿੰਦਾ ਜੀ ਗੁਰੂ ਅਮਰਦਾਸ ਜੀ ਨੇ ਇਹ ਰੁੱਕਾ ਭੇਜਿਆ। ਕਹਿੰਦੇ ਕੌਣ ਗੁਰੂ ਅਮਰਦਾਸ? ਦੇਖੋ ਕਈ ਵਾਰੀ ਕੀ ਹੁੰਦਾ ਹੈ, ਦਾਤ ਪਿਆਰੀ ਵਿਸਰਿਆ ਦਤਾਰਾ, ਭੁੱਲ ਜਾਂਦਾ ਬੰਦਾ। ਜਦੋਂ ਦਾਤਾਂ ਨਾ ਹੋਣ ਉਸ ਵੇਲੇ ਗੁਰੂ ਨੂੰ ਯਾਦ ਕਰਦਾ ਹੈ। ਤੇ ਉਸ ਵੇਲੇ ਫਿਰ ਰੁੱਕਾ ਸੀ ਜਿਹੜਾ ਉਹ ਪੁਆ ਕੇ ਮਾਰਿਆ। ਕਹਿੰਦਾ ਕੋਈ ਨਹੀਂ, ਮੈਂ ਜਾਣਦਾ, ਕੋਈ ਗੁਰੂ ਨਾਨਕ ਦਾ ਖਾਤਾ ਨਹੀਂ ਹੈ ਸਾਡੇ ਕੋਲ। ਕਿਉਂਕਿ ਮਹਾਰਾਜ ਨੇ ਕਿਹਾ ਸੀ ਸੇਠ ਜੀ ਕਾਰੋਬਾਰ ਕਰਨਾ ਕਦੀ ਘਾਟਾ ਨਹੀਂ ਪਏਗਾ, ਪਰ ਇੱਕ ਖਾਤਾ ਗੁਰੂ ਨਾਨਕ ਦਾ ਜ਼ਰੂਰ ਬਣਾਉਣਾ, ਜਿਹਦੇ ਸਦਕੇ ਤੁਹਾਨੂੰ ਇਹ ਭਾਗ ਲੱਗਣੇ ਨੇ। ਉਸ ਨੇ ਕਿਹਾ ਜੀ ਇਹ ਦੇਖੋ ਗੁਰੂ ਨਾਨਕ ਦੇ ਖਾਤੇ ਵਿੱਚ ਨਾਮ ਹੋਏਗਾ। ਕਹਿੰਦਾ ਇੱਥੇ ਕੋਈ ਗੁਰੂ ਨਾਨਕ ਦਾ ਖਾਤਾ ਨਹੀਂ ਹੈ। ਉਹ ਜਿਹੜਾ ਰੁੱਕਾ ਸੀ ਚੁੱਕ ਕੇ ਸੁੱਟਿਆ ਤੇ ਉਹ ਬਾਹਮਣ ਆਪਣਾ ਰੁੱਕਾ ਲੈ ਕੇ ਤੇ ਗੋਇੰਦਵਾਲ ਸਾਹਿਬ ਆ ਗਿਆ। ਮਹਾਰਾਜ ਨੂੰ ਦੱਸਿਆ, ਮਹਾਰਾਜ ਇਹ ਤੇ ਰੁੱਕਾ ਲੈ ਕੇ, ਕਹਿੰਦੇ ਉਹਨੇ ਕੀ ਕਿਹਾ? ਉਹਨੇ ਕਿਹਾ ਜੀ ਕੋਈ ਗੁਰੂ ਨਾਨਕ ਦਾ ਖਾਤਾ ਨਹੀਂ ਹੈ। ਤੇ ਸੁਭਾਵਿਕ ਹੀ ਮਹਾਰਾਜ ਨੇ ਕਿਹਾ ਜਿੱਥੇ ਗੁਰੂ ਨਾਨਕ ਦਾ ਖਾਤਾ ਨਹੀਂ ਉੱਥੇ ਕੁਛ ਵੀ ਨਹੀਂ। ਪਿਆਰਿਓ, ਜਿੱਥੇ ਘਰ ਅਸੀਂ ਆਪਣਾ ਕਾਰੋਬਾਰ ਕਰਨੇ ਹਾਂ, ਜੋ ਵੀ ਸਾਡੀ ਇਨਕਮ ਹੈ ਉਹਦੇ ਵਿੱਚ ਇੱਕ ਖਾਤਾ ਗੁਰੂ ਨਾਨਕ ਦਾ ਜ਼ਰੂਰ ਬਣਾਇਆ ਕਰੋ। ਮੈਂ ਨਹੀਂ ਕਹਿ ਰਿਹਾ, ਬਚਨ ਨੇ ਰਹਿਤਨਾਮੇ ਦੇ ਗੋਲਕ ਰਾਖੇ ਨਾਏ ਜੋ ਛਲਕਾ ਕਰੇ ਵਪਾਰ, ਕਹੇ ਗੋਬਿੰਦ ਸਿੰਘ ਲਾਲ ਜੀ ਭੋਗੇ ਨਰਕ ਹਜ਼ਾਰ। ਅਗਰ ਜਿਹੜਾ ਵੀ ਕੋਈ ਗੁਰੂ ਨਾਨਕ ਦਾ ਸਿੱਖ ਹੋ ਕੇ ਅਗਰ ਗੁਰੂ ਨਾਨਕ ਦੀ ਗੋਲਕ ਨਹੀਂ ਰੱਖਦਾ, ਗੋਲਕ ਰਾਖੇ ਨਾਏ ਜੋ ਛਲਕਾ ਕਰੇ ਵਪਾਰ, ਉਹ ਛਲ ਦਾ ਵਪਾਰ ਹੈ, ਕਿਉਂਕਿ ਗੁਰੂ ਨਾਨਕ ਦਾ ਹਿੱਸਾ ਹੈ। ਕਿਉਂਕਿ ਸਾਨੂੰ ਇੱਕ ਮਹਾਰਾਜ ਵੱਲੋਂ ਇੱਕ ਸਾਨੂੰ ਬਚਪਨ ਤੋਂ ਇਹ ਸਿਖਾਇਆ ਹੈ ਕਿ ਕਮਾਉਂਦੇ ਉਹਦੇ ਵਿੱਚੋਂ ਦਸਵੰਤ ਗੁਰੂ ਦੇ ਲੇਖੇ ਜ਼ਰੂਰ ਲਾਇਆ ਕਰੋ। ਕਈ ਕਹਿੰਦੇ ਅਸੀਂ ਗਰੀਬ ਬੜੇ ਹਾਂ, ਤੋ ਮਹਾਂਪੁਰਖ ਕਹਿੰਦੇ ਸਨ ਥੋੜੇ ਵਿੱਚੋਂ ਥੋੜਾ ਦਵੋ, ਬਹੁਤੇ ਵਿੱਚੋਂ ਬਹੁਤਾ ਦਵੋ ਜ਼ਰੂਰ। ਕਿਉਂਕਿ ਜਿਸ ਘਰ ਦੇ ਵਿੱਚ ਪਰਨਾਲਾ ਨਹੀਂ ਹੁੰਦਾ ਨਾ, ਉਹ ਛੱਤ ਕਦੀ ਵੀ ਚੋ ਸਕਦੀ ਹੈ। ਤੇ ਜਿਹੜੇ ਘਰਾਂ ਦੇ ਵਿੱਚ ਦਸਵੰਤ ਨਹੀਂ ਨਿਕਲਦਾ, ਗੁਰੂ ਦੇ ਸੇਵਕਾਂ ਦੇ, ਗੁਰੂ ਦੇ ਉਹਨਾਂ ਬੰਦਿਆਂ ਕੋਲ, ਗਰੀਬਾਂ ਦੀਨ ਦੁਖੀਆਂ ਕੋਲ ਨਹੀਂ ਮਾਇਆ ਅਸੀਂ ਦਿੰਦੇ ਜਿਨ੍ਹਾਂ ਨੂੰ, ਉਹੀ ਮਾਇਆ ਸਾਡੀ ਫਿਰ ਹਸਪੀਟਲ ਵਿੱਚ ਤੇ ਕਚਹਿਰੀਆਂ ਦੇ ਵਿੱਚ ਉਹ ਮਾਇਆ ਲੱਗਦੀ ਹੈ। ਮੈਨੂੰ ਖਿਮਾ ਕਰ ਦੇਣਾ। ਜਿੱਥੇ ਤੁਸੀਂ ਖਾਤੇ ਆਪਣੇ ਬੱਚਿਆਂ ਦੇ ਵੀ ਖੁਲਵਾਏ ਨੇ, ਐਫਡੀਆਂ ਕਰਾਈਆਂ ਨੇ 20-20 ਸਾਲ ਦੀਆਂ, ਫਲਾਣਾ ਜੋ ਵੀ ਕੁਛ ਅਸੀਂ ਕੀਤਾ ਹੈ, ਸੇਵਿੰਗ ਹੈ, ਉੱਥੇ ਇੱਕ ਛੋਟਾ ਜਿਹਾ ਖਾਤਾ ਗੁਰੂ ਨਾਨਕ ਦਾ ਜ਼ਰੂਰ ਬਣਾਇਆ ਕਰੋ। ਕਿਉਂਕਿ ਜਿਸ ਦਾ ਦਿੱਤਾ ਖਾਵਣਾ ਤਿਸ ਕਹੀਏ ਸ਼ਾਬਾਸ਼। ਉਹਨੂੰ ਧੰਨਵਾਦ ਬੋਲੋ, ਸ਼ਾਬਾਸ਼ ਮਤਲਬ ਧੰਨਵਾਦ ਬੋਲੋ, ਉਹਦੀ ਮਿਹਰਬਾਨੀ ਹੈ ਉਹਦੀ ਕਿ ਜਿਸ ਦਾ ਦਿੱਤਾ ਅਸੀਂ ਖਾ ਰਹੇ ਹਾਂ। ਤੂੰ ਦਾਤਾ ਦਾਤਾਰ, ਤੇਰਾ ਦਿੱਤਾ ਖਾਵਣਾ, ਭਗਤ ਜਨਾ ਕੇ ਸੰਗ ਪਾਪ ਗਵਾਵਣਾ। ਜਿਹਦੀਆਂ ਦਿੱਤਾ ਦਾਤਾਂ ਖਾਂਦੇ ਆ ਨਾ, ਉਹਦਾ ਸ਼ੁਕਰਾਨਾ ਵੀ ਕਰੀਏ। ਤੇ ਮਹਾਰਾਜ ਨੇ ਜਦ ਉਹ ਥਾਲ ਰੱਖੇ, ਕਹਿੰਦੇ ਨੇ ਨਹੀਂ ਸਾਨੂੰ ਤੇ ਗੱਡੇ ਭੜ ਕੇ ਚਾਹੀਦਾ ਹੈ। ਮਹਾਰਾਜ ਨੂੰ ਪਤਾ ਕੀ ਕਹਿੰਦਾ? ਕਹਿੰਦਾ 2 ਦਿਨ ਦਾ, ਮਹਾਰਾਜ ਟੋਡਰਮਲ ਕਹਿੰਦਾ 2 ਦਿਨ ਦਾ ਸਮਾਂ ਦਵੋ, ਮੈਂ ਆਪਣਾ ਆਪ ਵੇਚ ਕੇ, ਹਵੇਲੀ ਵੇਚ ਕੇ, ਸਭ ਕੁਝ ਵੇਚ ਕੇ ਮੈਂ ਗੱਡੇ ਦੀਆਂ ਭਰੀਆਂ ਮੋਹਰਾਂ ਤੁਹਾਨੂੰ ਭੇਟਾ ਕਰਾਂਗਾ, ਸਿਰਫ 2 ਦਿਨ ਦਾ।
महाराज मुस्करा पे कहन लगे, नहीं टोडरमल हले समा नहीं है, कुछ समा आएगा उस वेले तेरे को ये भी सेवा लेती जाएगी। महाराज ने उस वेले मोहरा नहीं लईयां तो फिर उस समा आया भी। जदों उस सरहंद दी उस जगह ते जिथे जो छोटे साहिबजादा बाबा फतेह सिंह जी, बाबा जोरावर सिंह जी नूं जद शहीद किया गया, नीहां दे विच चिनाया गया, ते उस वेले इस टोडरमल दीवान ने उस भरी सभा दे विच जद डिमांड की कि मैं संस्कार करना है, तो उस वेले वजीदे ने की कहा सी, तैनूं इहदे बदले सोने दियां मोहरां देनियां पैणगियां। तो वो जिहड़ा ज्योति सरूप गुरुद्वारा है जिथे छोटे साहिबजादियां दे संस्कार होया है, उस स्थान नूं जगह लैण वास्ते, पता है जगह लैण वास्ते उसने मोहरां, जदों उहनूं लालच आ गया, इतिहास दसदा है जिहड़ियां मोहरां बिठा के 2 गज जगह चाहिए सी, उन्होंने कहा नहीं खड़ियां मोहरां चाहिए। फिर वो गड्ढे भरिया होया मोहरां दा टोडरमल ने लगा दिता, और अज तक दुनिया के उत्ते अज तक किन्ने साल हो गए ने, ये 1700 मैं कहा 6 की गल है, उस तो बाद 8 दी, उस तो बाद देखो तुसी कि 300 ते किन्ने साल हो गए ने, अज तक भी वो धरती दी जिहड़ा मुੱਲ है ना, अज तक भी इतनी महंगियां धरतियां भी दुनिया ते विकियां होणगियां, पर वो वजी धरती का नाम अज तक नहीं महंगी, उस तो उत्ते कोई धरती नहीं है। लोग दुध वेचते हैं 30 किलो 40 रुपए किलो, 60 रुपए, कोई 70 रुपए बेचता होगा। मैं जब टोडरमल का इतिहास पढ़ना, मैं क्या तानो टोडरमल जी, तुसी ते दुध की अज तक कोई कीमत नहीं दे सकता, हज़ारां लखां मोहरां तुसी उस दुध के बदले दे दित्तियां ने, इन्ना दुध महंगा किसी का नहीं विकिया होना। अज कितना होएगा, 60 रुपए दुध होएगा, 65 रुपए होएगा। और किसी ने दुध के बदले भी अपने परिवार नूं वार दिता होवे, ये भी इतिहास से नहीं है। जदों उस धरती दे जाईदा ना, वो दुध के उत्थे लंगर लगे होंदे ने, ते मैं कहना मैं उन्होंने भी नमस्कार करना, पर मैं जदों ध्यान आंदा मैं क्या टोडरमल जी ये तो माया खर्च के जिहड़े लंगर ला रहे हैं, पर तुसी जिहड़े दुध की कीमत चुकाई है ना, वो अखरां दे विच नहीं बयान की जा सकती। ना टोडरमल जी इतिहास विचों जद इतिहास साहिबजादियां दा आएगा, तुहाडे भी इतिहास नूं, तुहाडे भी परिवार नूं ओले नहीं किया जाएगा। अज जदों तुसी एंटर करो ना, बड़ा वड्डा एक द्वार बना रखा है जिन्हों टोडरमल द्वार कहते हैं। अज नकमस्तक हो के उस टोडरमल दे जिसने सारे परिवार नूं उस कोलू दे विच पी दिता गया, जिन्हां ने वो 2 एक गिलास वो बच्चों नूं साहिबजादियां नूं दुध पिलाउण दा उन्होंने मुੱਲ दिता। तो ये इतिहास विचों कई गल्लां साडियां ऐसियां ने जिन्हां नूं असी, हुण साडे नाल एक शरीर जांदा है, वो कहंदा मैं ना ए फतेहगढ़ साहब ना मैं जा ही नहीं सकता। वो जदों उत्थे जांदा सुन्न हो जाता है, पता क्यों? कहंदा मैं इतिहास ही पता हुंदा इतिहास, पर जदों सामने कोल खड़े होवे ना, वो एकदम सुन्न हो जाता है। ते उत्थे जिथे दीवारां ते चिन्हिया गया, उत्थे जाके खड़ा होंदा ना, जार जार रोंदा है। साध संगत, ये ऐसा उसाका है जिहड़ा कदी भुल्लण वाला नहीं है। दुनिया के साके तो बड़े असीं सुने होणगे, पर ये साके साध संगत जो हिरदियां नूं वलूंदरे रहंदे हैं, ये प्यार की खेड है। इनू मैं तुहानूं ना लफ्ज़ां च कह सकना वा, तो ये तो एहसास करन दी लोड़ है, फीलिंग की लोड़ है। तो उस टोडरमल ने अपना आप वार के, जिन्हें गुरु रामदास जी ने वो बख्शिशां जिन्हां नूं झोली विच पाईयां सी, उस परमात्मा ने उन्हां दी फिर अज तक जय जयकार हो रही है। टोडरमल दे नाल भी कई रहिंदे होणगे परिवार, उन्हां दा नाम इन्ना नहीं है, किसी नूं कोई जानदा नहीं होएगा। हाँ, उस टाइम दे राजे नूं असीं नाम ते लै रहे हैं, पर उन पापी कह के लै रहे हैं। पर टोडरमल जी, तुहाडा नाम अज भी सुनहरे अक्षरां विच लिखिया होया है।
ਜਿਹੜਾ ਨਕਮਸਤਕ ਛੋਟੇ ਸਾਹਿਬਜ਼ਾਦਿਆਂ ਦੇ ਮਾਤਾ ਗੁਜਰ ਕੌਰ ਦੇ ਜਾ ਕੇ ਹੁੰਦਾ ਹੈ, ਉੱਥੇ ਤੁਹਾਡੇ ਪਰਿਵਾਰ ਦੇ ਵੀ ਨਕਮਸਤਕ ਹੁੰਦੇ ਨੇ, ਜਿਨ੍ਹਾਂ ਨੇ ਆਪਣੇ ਪਰਿਵਾਰ ਦੀ ਪਰਵਾਹ ਨਾ ਕਰਦੇ ਹੋਏ ਇੱਕ ਸਮੇਂ ਵਾਸਤੇ ਸਿਰਫ ਦੁੱਧ ਦੀ ਸੇਵਾ ਨਿਭਾਈ, ਔਰ ਦੁੱਧ ਦੀ ਕੀਮਤ ਉਹਨਾਂ ਨੂੰ ਖਾਲੀ ਮੋਹਰਾਂ ਹੀ ਨਹੀਂ ਦੇਣੀਆਂ ਪਈਆਂ, ਸਾਰੇ ਪਰਿਵਾਰ ਨੂੰ ਉਹਨਾਂ ਨੇ ਆਪਣੇ ਆਪ ਨੂੰ ਨਿਛਾਵਰ ਕਰ ਦਿੱਤਾ। ਤੋ ਐਸੇ ਗੁਰੂ ਉਹ ਬਲ ਵੀ ਦਿੰਦਾ ਹੈ, ਜਦੋਂ ਪਿਆਰਾ ਉਹਦੇ ਨਾਲ ਹੁੰਦਾ ਨਾ, ਤੇ ਫਿਰ ਕਿਸੇ ਤਰ੍ਹਾਂ ਦਾ ਦੁਨੀਆ ਦਾ ਡਰ ਉਹਨੂੰ ਸਤਾ ਨਹੀਂ ਪਾਉਂਦਾ। ਇਹ ਸੱਚ ਗੱਲ ਜੇ। ਅੱਜ ਇਹ ਨਿਯਮ ਅਸੀਂ ਸਾਰੇ ਲਾਗੂ ਕਰ ਲਈਏ ਨਾ ਤੁਸੀਂ ਜੀਵਨ ਦੇ ਵਿੱਚ ਡਰੋਗੇ ਤੇ ਨਾ ਡਰਾਵੋਗੇ। ਅੱਜ ਪਾਪ ਇਹ ਕਿਉਂ ਵੱਧ ਰਹੇ ਨੇ? ਕਿਉਂਕਿ ਗੁਰੂ ਨੂੰ ਅਸੀਂ ਦੂਰ ਜਾਣਨ ਲੱਗ ਪਏ ਹਾਂ। ਨੇੜੇ ਹੈ, ਦੂਰ ਨਾ ਜਾਣੋ। ਗੁਰੂ ਅੱਜ ਵੀ ਨੇੜੇ ਹੈ। ਇਹ ਨਹੀਂ ਕਿ ਟੋਡਰ ਮਲ ਦੀ ਅੱਜ ਉਸ ਟਾਈਮ ਰੱਖਿਆ ਕੀਤੀ ਸੀ, ਉਸ ਟਾਈਮ ਉਹਨੂੰ ਬਲ ਦਿੱਤਾ ਸੀ। ਅੱਜ ਵੀ ਜਿਹੜੇ ਪਿਆਰ ਨਾਲ ਉਹਨੂੰ ਜਪਦੇ ਨੇ, ਅੱਜ ਵੀ ਉਹਨੂੰ ਪਿਆਰ ਪੂਰਾ ਹੀ ਗੁਰੂ ਕਰਦੇ ਨੇ। ਉਹ ਮਹਿਸੂਸ ਕਰਦੇ ਨੇ ਕਿ ਸੋ ਸਤਿਗੁਰੂ ਪਿਆਰਾ ਮੇਰੇ ਨਾਲ ਹੈ। ਉਹਨਾਂ ਨੇ ਗੁਰੂ ਦੀ ਖੁਸ਼ੀ ਵੇਖੀ ਹੈ, ਉਹਨਾਂ ਸੰਸਾਰ ਦੀ ਖੁਸ਼ੀ ਨਹੀਂ ਵੇਖੀ। ਬੰਦੇ ਕੋਲ ਮਾਇਆ ਆ ਜਾਏ ਨਾ, ਦੇਣੀ ਬੜੀ ਔਖੀ ਹੁੰਦੀ ਹੈ। ਗੁਰੂ ਨੇ ਆਪ ਹੀ ਮੰਗੀ ਤੇ ਉਹਨੇ ਕਿਹਾ ਤੁਸੀਂ ਗੱਡੇ ਭਰਨ ਦੀ ਗੱਲ ਹੈ, ਮੈਂ ਗੱਡੇ ਭਰ ਕੇ ਵੀ ਦੇਵਾਂਗਾ। ਤੇ ਮਹਾਰਾਜ ਨੇ ਕਿਹਾ ਫਿਰ ਤੇਰੇ ਕੋਲ ਸੇਵਾ। ਦੇਖੋ ਕਿੱਥੋਂ ਬਚਨ ਚੱਲਿਆ ਗੁਰੂ ਰਾਮਦਾਸ ਪਾਤਸ਼ਾਹ ਦਾ। ਤੇ ਮਹਾਰਾਜ ਨੇ ਫਿਰ ਉਹਦੀ ਲਾਜ ਵੀ ਰੱਖੀ। ਮਹਾਰਾਜ ਨੇ ਕਿਹਾ ਤੇਰਾ ਫਿਰ ਨਾਮ ਇਸ ਸੰਸਾਰ ਤੱਕ ਚੱਲਦਾ ਰਹੇਗਾ। ਤੋ ਅੱਜ ਗੁਰੂ ਸਾਹਿਬ ਨੇ ਬਖਸ਼ਿਸ਼ ਕਰਕੇ ਸਾਨੂੰ ਗੁਰੂ ਨੂੰ ਇਤਨੇ ਨੇੜੇ ਜਾਣਨ ਦਾ ਇੱਕ ਅੱਖਰ ਰਾਹੀਂ ਅਸੀਂ ਸਮਝਣ ਦੀ ਕੋਸ਼ਿਸ਼ ਕੀਤੀ ਹੈ। ਤੋ ਭਾਈ ਜਦੋਂ ਗੁਰੂ ਨੂੰ ਯਾਦ ਕਰਨਾ ਹੋਵੇ ਤੇ ਉਸ ਸਮੇਂ ਸਿਮਰਨ ਪਾਠ ਜ਼ਰੂਰ ਕਰਿਆ ਕਰੋ, ਤਾਂ ਹੀ ਗੁਰੂ ਨਾਲ ਹੈ। ਜਦੋਂ ਤੁਸੀਂ ਯਾਦ ਨਹੀਂ ਕਰਦੇ ਤੇ ਗੁਰੂ ਤੇ ਨਾਲ ਹੀ ਹੈ, ਪਰ 80 ਕੋਸੋਂ ਦੂਰ ਹੋ ਜਾਂਦੇ ਹਾਂ। ਤੋ ਇਸ ਕਰਕੇ ਗੁਰੂ ਸਾਹਿਬ ਕਹਿੰਦੇ ਨੇ ਸੋ ਸਤਿਗੁਰ ਪਿਆਰਾ ਮੇਰੇ ਨਾਲ ਹੈ, ਜਿੱਥੇ ਕਿੱਥੇ ਮੈਨੂੰ ਲੈ ਛਡਾਈ। ਉਹ ਜਿੱਥੇ ਕਿੱਥੇ ਵੀ ਹਰ ਥਾਂ ਤੇ ਮੈਨੂੰ ਛਡਾ ਲੈਂਦਾ ਹੈ, ਮੇਰੀ ਰੱਖਿਆ ਵੀ ਕਰਦਾ ਹੈ, ਕਿਉਂਕਿ ਉਹ ਸਮਰੱਥ ਗੁਰੂ ਹੈ। ਉਹਦੇ ਵਿੱਚ ਉਹ ਬਖਸ਼ਿਸ਼ਾਂ ਨੇ, ਉਸ ਕੋਲ ਉਹ ਸ਼ਕਤੀ ਹੈ ਜਿਹਦੇ ਕਰਕੇ ਅਸੀਂ ਪਰਮਾਤਮਾ ਕੋਲ ਮਿਲ ਸਕਨੇ ਹਾਂ। ਤੋ ਅਸੀਂ ਸਤਿਗੁਰੂ ਦੀ ਹਮੇਸ਼ਾ ਗੁਣ ਗਾਈਏ, ਕਿਉਂਕਿ ਗੁਣਾਂ ਦਾ ਖਜ਼ਾਨਾ ਹੈ। ਸਤਿਗੁਰ ਗੁਣੀ ਨਿਦਾਨ ਹੈ, ਗੁਣ ਕਰ ਬਖਸ਼ੇ ਅਵਗਣ ਹਾਰੇ। ਉਹ ਗੁਣਾਂ ਨੂੰ ਅਵਗੁਣਾਰਿਆਂ ਨੂੰ ਬਖਸ਼ ਕੇ ਉਹਨਾਂ ਨੂੰ ਗੁਣਾਂ ਵਾਲਾ ਬਣਾ ਦਿੰਦਾ ਹੈ। ਗੁਣਾਂ ਵਾਲਾ ਹੀ ਨਹੀਂ ਬਣਾਉਂਦਾ, ਉਹਨਾਂ ਨੂੰ ਗੁਣ ਦੇਣ ਵਾਲਾ ਵੀ ਬਣਾ ਦਿੰਦਾ ਹੈ। ਨਾਨਕ ਨਿਰਗੁਣ ਗੁਣ ਕਰੇ, ਗੁਣਵੰਤੀਆਂ ਗੁਣ ਦੇ। ਉਹ ਖਾਲੀ ਗੁਰੂ ਜਿਹੜਾ ਨਾਲ ਗੁਰੂ ਨੂੰ ਸਮਝਦਾ ਹੈ, ਗੁਰੂ ਨਾਲ ਪ੍ਰੇਮ ਕਰਦਾ ਹੈ, ਗੁਰੂ ਖਾਲੀ ਉਹਨੂੰ ਗੁਣਾਂ ਵਾਲਾ ਹੀ ਨਹੀਂ ਬਣਾਉਂਦਾ, ਉਹਨੂੰ ਗੁਣ ਵੰਡਣ ਵਾਲਾ ਵੀ ਬਣਾ ਦਿੰਦਾ ਹੈ। ਜੇ ਬਾਬਾ ਦੀਪ ਸਿੰਘ ਜੀ ਵਰਗੇ ਹੈ, ਭਾਈ ਸ਼ਾਲੋ ਜੀ ਵਰਗੇ, ਭਾਈ ਮਣੀ ਸਿੰਘ ਜੀ ਵਰਗੇ, ਤਾਰੂ ਸਿੰਘ ਜੀ ਵਰਗੇ, ਭਾਈ ਮਤੀਦਾਸ ਜੀ ਵਰਗੇ ਅੱਜ ਗੁਣਾ ਵੰਡਣ ਵਾਲੇ ਬਣ ਜਾਂਦੇ ਨੇ। ਤੋ ਐਸੇ ਦੀਨ ਦਿਆਲ ਸਤਿਗੁਰੂ ਦੀ ਅਸੀਂ ਮਹਿਮਾ ਗਾਇਨ ਕਰਨ ਦਾ ਯਤਨ ਕੀਤਾ ਹੈ। ਬੇਅੰਤ ਭੁੱਲਾਂ ਗਲਤੀਆਂ ਹੋਈਆਂ ਨੇ, ਉਹ ਦੱਸਦੀਆਂ ਨੇ। ਬਚਨ ਗੁਰੂ ਦਾ ਜਾਣ ਕੇ ਹਿਰਦੇ ਵਿੱਚ ਵਸਾਓ। ਸਾਰਿਆਂ ਦਾ ਤਹਿ ਦਿਲ ਤੋਂ ਧੰਨਵਾਦ।